Principles of Microeconomics Part 1, Course Code BECC 131. The topic ਅੱਜ ਡਿਸਕਸ ਕਰਾਂਗੇ ਆਪਾਂ ਕੋਸਟ ਆਫ ਪ੍ਰੋਡਕਸ਼ਨ, ਜਿਸ ਨੂੰ ਪੰਜਾਬੀ ਚ ਉਤਪਾਦਨ ਦੀ ਲਾਗਤ ਕਹਿੰਦੇ ਹਨ। ਤਾਂ ਸਭ ਤੋਂ ਪਹਿਲਾਂ ਉਤਪਾਦਨ ਦੀ ਜਿਹੜੀ ਲਾਗਤ ਹੈ, ਲਾਗਤ ਕੀ ਹੁੰਦੀ ਹੈ? ਜਿਹੜਾ ਤੀਸਰਾ ਕੰਸੈਪਟ ਹੈ ਮਨੀ ਕੋਸਟ, ਪਹਿਲਾਂ ਆਪਾਂ ਉਸ ਦੀ ਗੱਲ ਕਰਦੇ ਹਾਂ। ਮਨੀ ਕੋਸਟ ਜਾਂ ਜਿਹਨੂੰ ਅਸੀਂ ਮੁਦਰਾ ਲਾਗਤ ਕਹਿੰਦੇ ਹਾਂ, ਉਹ ਕੀ ਹੁੰਦੀ ਹੈ? ਕਿਸੇ ਵੀ ਵਸਤੂ ਦਾ ਉਤਪਾਦਨ ਕਰਨ ਤੇ ਮੁਦਰਾ ਦੀ ਜਿਹੜੀ ਮਾਤਰਾ ਅਸੀਂ ਖਰਚ ਕਰਦੇ ਹਾਂ, ਉਸ ਨੂੰ ਅਸੀਂ ਮਨੀ ਕੋਸਟ ਜਾਂ ਮੁਦਰਾ ਲਾਗਤ ਕਹਿੰਦੇ ਹਾਂ। ਇਸ ਲਾਗਤ ਦੇ ਵਿੱਚ ਜਿਸ ਤਰ੍ਹਾਂ ਅਸੀਂ ਮਜ਼ਦੂਰਾਂ ਨੂੰ ਜਿਹੜੀ ਮਜ਼ਦੂਰੀ ਅਸੀਂ ਪੇ ਕਰਦੇ ਹਾਂ, ਉਹ ਕੰਮ ਕਰਦੇ ਹਾਂ, ਜਿਹੜਾ ਕਰਜ਼ਾ ਅਸੀਂ ਲੈਂਦੇ ਹਾਂ ਉਸ ਦਾ ਜਿਹੜਾ ਵਿਆਜ ਦਾ ਭੁਗਤਾਨ ਕਰਦੇ ਹਾਂ, ਅਤੇ ਕੋਈ ਬਿਲਡਿੰਗ ਅਸੀਂ ਕਿਰਾਏ ਤੇ ਲਈ ਹੈ ਉਸ ਦੀ ਜਿਹੜੀ ਕਿਰਾਇਆ ਅਸੀਂ ਦਿੰਦੇ ਹਾਂ, ਲਗਾਨ ਜਿਹੜਾ ਦਿੰਦੇ ਹਾਂ। ਉਤਪਾਦਨ ਵਸਤੂ ਦਾ ਕਰਨ ਦੇ ਲਈ ਜਿਹੜਾ ਕੱਚਾ ਮਾਲ ਅਸੀਂ ਖਰੀਦਦੇ ਹਾਂ, ਜਾਂ ਜਿਹੜੀਆਂ ਮਸ਼ੀਨਾਂ ਅਸੀਂ ਖਰੀਦਦੇ ਹਾਂ ਜਾਂ ਕਿਰਾਏ ਤੇ ਲੈਂਦੇ ਹਾਂ, ਉਸ ਤੇ ਜਿਹੜਾ ਖਰਚ ਕਰਦੇ ਹਾਂ। ਬਿਲਡਿੰਗ ਦਾ ਜਾਂ ਬਣੇ ਹੋਏ ਮਾਲ ਦਾ ਜਿਹੜੀ ਅਸੀਂ ਬੀਮਾ ਕਰਵਾਉਂਦੇ ਹਾਂ, ਉਸ ਦਾ ਜਿਹੜਾ ਪ੍ਰੀਮੀਅਮ ਅਸੀਂ ਪੇ ਕਰਦੇ ਹਾਂ। ਸਰਕਾਰ ਨੂੰ ਉਤਪਾਦਨ ਦੇ ਮਾਲ ਤੇ ਜਿਹੜਾ ਅਸੀਂ ਟੈਕਸਿਸ ਦਿੰਦੇ ਹਾਂ, ਕਰ ਦਿੰਦੇ ਹਾਂ। ਬਿਜਲੀ ਤੇ, ਫਿਊਲ ਤੇ ਅਸੀਂ ਜਿਹੜਾ ਖਰਚ ਕਰਦੇ ਹਾਂ, ਆਵਾਜਾਈ ਆਦਿ ਤੇ ਜਿਹੜਾ ਖਰਚ ਕਰਦੇ ਹਾਂ, ਇਸ ਨੂੰ ਅਸੀਂ ਮਨੀ ਕੋਸਟ ਦਾ ਪਾਰਟ ਕਹਿੰਦੇ ਹਾਂ। ਇਹ ਜਿਹੜੀ ਮਨੀ ਕੋਸਟ ਨੂੰ ਅੱਗੇ ਐਕਸਪਲਿਸਿਟ ਅਤੇ ਇੰਪਲੀਸਿਟ ਕੋਸਟ ਕਹਿੰਦੇ ਹਾਂ। ਮੋਟੇ ਤੌਰ ਤੇ ਇੱਥੇ ਆਪਾਂ ਥੋੜ੍ਹਾ ਜਿਹਾ ਬਰੀਫ 'ਚ ਗੱਲ ਕਰ ਲਈਏ, ਬਾਅਦ 'ਚ ਅਸੀਂ ਡਿਟੇਲਸ ਕਰਾਂਗੇ ਐਕਸਪਲਿਸਿਟ ਅਤੇ ਇੰਪਲੀਸਿਟ ਕੋਸਟ ਕੀ ਹੁੰਦਾ ਹੈ। ਐਕਸਪਲਿਸਿਟ ਨੂੰ ਬਾਹਰੀ ਲਾਗਤਾਂ, ਇੰਪਲੀਸਿਟ ਨੂੰ ਅਸੀਂ ਅੰਦਰੂਨੀ ਲਾਗਤਾਂ ਕਹਿ ਸਕਦੇ ਹਾਂ ਪੰਜਾਬੀ 'ਚ ਮੋਟੇ ਤੌਰ ਤੇ। ਐਕਸਪਲਿਸਿਟ ਜਿਹੜੀਆਂ ਮੈਂ ਲਾਗਤਾਂ ਦੀ ਗੱਲ ਕੀਤੀ ਹੈ, ਸਾਰੀਆਂ ਬਾਹਰੀ ਲਾਗਤਾਂ ਨੇ ਕਿ ਵਸਤੂ ਦਾ ਉਤਪਾਦਨ ਕਰਨ ਦੇ ਲਈ ਜਿਹੜੇ ਅਸੀਂ ਬਾਹਰਲੇ ਇਨਪੁਟਸ, ਬਾਹਰਲੇ ਸਾਧਨਾਂ ਤੇ ਜਿਹੜਾ ਖਰਚ ਕਰਦੇ ਹਾਂ, ਉਸ ਨੂੰ ਅਸੀਂ ਐਕਸਪਲਿਸਿਟ ਕੋਸਟ ਕਹਿੰਦੇ ਹਾਂ। ਜਿਹੜੀਆਂ ਸੈਲਫ ਓਨਡ ਕੋਸਟ ਨੇ, ਕਿ ਆਪਣੀ ਢੋਗੀ ਦਾ ਕਿਰਾਇਆ, ਆਪਣੀ ਮਜ਼ਦੂਰੀ ਦਾ, ਆਪ ਮਜ਼ਦੂਰੀ ਤੌਰ ਤੇ ਕੰਮ ਕਰਨਾ, ਉਸ ਦੀ ਆਪਣੇ ਆਪ ਨੂੰ ਮਜ਼ਦੂਰੀ ਦੇਣੀ, ਜੇ ਆਪਣੀ ਪੂੰਜੀ ਉਤਪਾਦਨ ਤੇ ਲਗਾਉਂਦੇ ਹਾਂ ਉਸ ਦਾ ਵਿਆਜ ਵੀ ਆਪਣੇ ਆਪ ਨੂੰ ਅਦਾ ਕਰਨਾ, ਇਸ ਨੂੰ ਅਸੀਂ ਇੰਪਲੀਸਿਟ ਕੋਸਟ ਕਹਿੰਦੇ ਹਾਂ। ਤਾਂ ਮਨੀ ਕੋਸਟ ਜਾਂ ਟੋਟਲ ਕੋਸਟ ਦੇ ਵਿੱਚ ਐਕਸਪਲਿਸਿਟ ਅਤੇ ਇੰਪਲੀਸਿਟ ਕੋਸਟ ਦੋਨੋਂ ਸ਼ਾਮਲ ਹੋ ਜਾਂਦੇ ਹਨ। ਦੂਸਰਾ ਜਿਹੜਾ ਕੰਸੈਪਟ ਹੈ ਉਹ ਹੈ ਰੀਅਲ ਕੋਸਟ, ਜਿਸ ਨੂੰ ਅਸੀਂ ਵਾਸਤਵਿਕ ਲਾਗਤ ਕਹਿੰਦੇ ਹਾਂ। ਕਿਸੇ ਵੀ ਵਸਤੂ ਦਾ ਉਤਪਾਦਨ ਕਰਨ ਦੇ ਲਈ ਜਿਹੜਾ ਮਾਨਸਿਕ ਅਤੇ ਸਰੀਰਕ ਜਿਹੜਾ ਕਸ਼ਟ, ਐਫਰਟਸ ਕਰਨੇ ਪੈਂਦੇ ਹੈ, ਜਾਂ ਜਿਹੜੀਆਂ ਸੈਕਰੀਫਾਈਸਿਸ, ਜਿਹੜਾ ਤਿਆਗ ਕਰਨਾ ਪੈਂਦਾ ਹੈ, ਉਸ ਨੂੰ ਅਸੀਂ ਵਾਸਤਵਿਕ ਲਾਗਤ ਕਹਿੰਦੇ ਹਾਂ। ਜਾਂ ਅਸੀਂ ਕਹਿ ਸਕਦੇ ਹਾਂ ਉਤਪਾਦਨ ਕਰਨ ਦੇ ਲਈ ਜਿਹੜੀਆਂ ਅਸੀਂ ਪੇਨਸ, ਕਸ਼ਟ ਉਠਾਉਂਦੇ ਹਾਂ, ਡਿਸਕੰਫਰਟ ਜਿਹੜੀਆਂ ਲੈਂਦੇ ਹਾਂ, ਤਾਂ ਜਿਹੜੀਆਂ ਡਿਸਯੂਟਿਲਿਟੀ ਮਤਲਬ ਕਿ ਆਪਣੇ ਆਰਾਮ ਨੂੰ ਅਸੀਂ ਜਿਹੜਾ ਛੱਡਦੇ ਹਾਂ, ਤਾਂ ਉਸ ਨੂੰ ਅਸੀਂ ਰੀਅਲ ਕੋਸਟ ਜਾਂ ਵਾਸਤਵਿਕ ਲਾਗਤ ਕਹਿੰਦੇ ਹਾਂ। ਇਸ ਲਾਗਤ ਨੂੰ ਅਸੀਂ ਮੁਦਰਾ ਦੇ ਰੂਪ ਵਿੱਚ ਨਹੀਂ ਮਾਪ ਸਕਦੇ। ਤਾਂ ਅਗਲਾ ਹੈ ਜਿਸ ਨੂੰ ਅਸੀਂ ਪ੍ਰਾਈਵੇਟ ਕੋਸਟ ਕਹਿੰਦੇ ਹਾਂ। ਤਾਂ ਪ੍ਰਾਈਵੇਟ ਕੋਸਟ ਜਾਂ ਜਿਹਨੂੰ ਅਸੀਂ ਨਿੱਜੀ ਲਾਗਤ ਵੀ ਕਹਿੰਦੇ ਹਾਂ। ਨਿੱਜੀ ਲਾਗਤ ਕੀ ਹੁੰਦੀ ਹੈ ਕਿ ਕਿਸੇ ਵੀ ਵਸਤੂ ਦਾ ਉਤਪਾਦਨ ਕਰਨ ਦੇ ਲਈ ਇੱਕ ਫਰਮ ਜਿਹੜਾ ਖਰਚ ਕਰਦੀ ਹੈ, ਉਸ ਨੂੰ ਅਸੀਂ ਪ੍ਰਾਈਵੇਟ ਕੋਸਟ ਜਾਂ ਨਿੱਜੀ ਲਾਗਤ ਕਹਿੰਦੇ ਹਾਂ। ਇਸ ਦੇ ਵਿੱਚ ਐਕਸਪਲਿਸਿਟ ਅਤੇ ਇੰਪਲੀਸਿਟ ਕੋਸਟ ਦੋਨੋਂ ਹੀ ਸ਼ਾਮਲ ਹੁੰਦੇ। ਫਿਰ ਹੈ ਸੋਸ਼ਲ ਕੋਸਟ। ਸੋਸ਼ਲ ਕੋਸਟ ਕੀ ਹੁੰਦੀ ਹੈ? ਕਿਸੇ ਵੀ ਵਸਤੂ ਦਾ ਉਤਪਾਦਨ ਕਰਨ ਤੇ ਸਮਾਜ ਨੂੰ ਜਿਹੜੀ ਲਾਗਤ ਦੇਣੀ ਪੈਂਦੀ ਹੈ, ਪੋਲਿਊਸ਼ਨ ਦੇ ਰੂਪ ਵਿੱਚ, ਨੋਇਜ਼ ਦੇ ਰੂਪ ਵਿੱਚ, ਪੋਲਿਊਟਡ ਵਾਟਰ ਦੇ ਰੂਪ ਵਿੱਚ,
ਤਾਂ ਉਸ ਨੂੰ ਅਸੀਂ ਸੋਸ਼ਲ ਕੋਸਟ ਕਹਿੰਦੇ ਹਾਂ। ਤਾਂ ਜਿਹੜੀ ਵਸਤੂ ਦਾ ਅਸੀਂ ਉਤਪਾਦਨ ਕਰਦੇ ਹਾਂ ਉਸ ਦੇ ਵਿੱਚ ਇਹ ਜਿਹੜੀ ਲਾਗਤ ਹੈ ਵਸਤੂ ਦੀ ਕੀਮਤ ਦੇ ਵਿੱਚ ਸ਼ਾਮਲ ਨਹੀਂ ਕੀਤੀ ਜਾਂਦੀ ਅਤੇ ਇਸ ਨੂੰ ਅਸੀਂ ਐਕਸਟਰਨੈਲਿਟੀਜ਼ ਕਹਿ ਦਿੰਦੇ ਹਾਂ ਇੰਗਲਿਸ਼ ਦੇ ਵਿੱਚ। ਤਾਂ ਇਹ ਸਮਾਜ ਤਾਂ ਇਸ ਲਾਗਤ ਨੂੰ ਬੀਅਰ ਕਰਦਾ ਬਰਦਾਸ਼ਤ ਕਰਦਾ ਹੈ, ਪਰੰਤੂ ਵਸਤੂ ਦੀ ਜਿਹੜੀ ਲਾਗਤ ਹੈ ਉਹਦੇ ਵਿੱਚ ਅਸੀਂ ਇਸ ਨੂੰ ਸ਼ਾਮਿਲ ਨਹੀਂ ਕਰਦੇ। ਇਸ ਨੂੰ ਅਸੀਂ ਸੋਸ਼ਲ ਕੋਸਟ ਕਹਿੰਦੇ ਹਾਂ। ਤਾਂ ਸੰਕ ਕੋਸਟ ਕੀ ਹੁੰਦੀ ਹੈ? ਉਹ ਲਾਗਤ ਜਿਸ ਨੂੰ ਅਸੀਂ ਖਰਚ ਤਾਂ ਕਰਦੇ ਹਾਂ ਪਰ ਅਸੀਂ ਰਿਕਵਰ ਨਹੀਂ ਕਰ ਸਕਦੇ। ਮਤਲਬ ਜਿਹੜੀ ਲਾਗਤ ਅਸੀਂ ਕਰ ਚੁੱਕੇ ਹਾਂ ਪਰ ਜਿਹੜਾ ਉਤਪਾਦਕ ਹੈ ਉਸ ਨੂੰ ਰਿਕਵਰ ਨਹੀਂ ਕਰ ਸਕਦਾ, ਤਾਂ ਉਸ ਨੂੰ ਅਸੀਂ ਸੰਕ ਕੋਸਟ ਕਹਿੰਦੇ ਹਾਂ। ਮਤਲਬ ਜਿਹੜੀ ਲੋਸਟ ਕੋਸਟ ਹੈ, ਮਤਲਬ ਕਿ ਕੋਸਟ ਕਰਤੀ ਪਰ ਅਸੀਂ ਇਸ ਨੂੰ ਰਿਕਵਰ ਨਹੀਂ ਕਰ ਸਕਦੇ। ਇੱਕ ਹੈ ਇੰਕਰੀਮੈਂਟਲ ਕੋਸਟ। ਇੰਕਰੀਮੈਂਟਲ ਕੋਸਟ ਕੀ ਹੈ? ਇਸ ਨੂੰ ਅਸੀਂ ਮਾਰਜਨਲ ਕੋਸਟ ਵੀ ਕਹਿੰਦੇ ਹਾਂ, ਸੀਮਾਂਤ ਲਾਗਤ ਵੀ ਕਹਿ ਸਕਦੇ ਹਾਂ। ਵਸਤੂ ਦੇ ਉਤਪਾਦਨ ਦੇ ਵਿੱਚ ਵਾਧਾ ਕਰਨ ਨਾਲ ਕੁੱਲ ਲਾਗਤ ਵਿੱਚ ਜਿਹੜੀ ਤਬਦੀਲੀ ਆਉਂਦੀ ਹੈ ਉਸ ਨੂੰ ਅਸੀਂ ਇੰਕਰੀਮੈਂਟਲ ਕੋਸਟ ਕਹਿੰਦੇ ਹਾਂ। ਫਿਰ ਨੈਕਸਟ ਹੈ ਸਾਡੇ ਕੋਲ ਇਕਨੋਮਿਕ ਕੋਸਟ ਐਂਡ ਅਕਾਊਂਟਿੰਗ ਕੋਸਟ। ਅਕਾਊਂਟਿੰਗ ਕੋਸਟ ਕੀ ਹੁੰਦੀ ਹੈ? ਇੱਕ ਫਰਮ ਫੈਕਟਰ ਅਤੇ ਨੋਨ ਫੈਕਟਰ ਇਨਪੁਟਸ, ਮਤਲਬ ਸਾਧਨਾਂ ਅਤੇ ਗੈਰ ਸਾਧਨਾਂ ਆਦਾਨਾਂ ਤੇ ਜਿਹੜੀ ਕੈਸ਼ ਪੇਮੈਂਟ ਕਰਦੀ ਹੈ, ਡੈਪਰੀਸ਼ੀਏਸ਼ਨ ਤੇ ਜਿਹੜਾ ਖਰਚ ਕਰਦੀ ਹੈ, ਘਸਾਵਟ ਤੇ ਜਿਹੜਾ ਖਰਚ ਕਰਦੀ ਹੈ, ਅਤੇ ਬੁੱਕ ਕੀਪਿੰਗ ਐਂਟਰੀਜ਼, ਮਤਲਬ ਕਿ ਜਿਹੜਾ ਰਿਕਾਰਡ ਅਸੀਂ ਮੇਨਟੇਨ ਕਰਦੇ ਹਾਂ ਉਸ ਦੀ ਐਂਟਰੀਜ਼ ਤੇ ਜਿਹੜਾ ਖਰਚ ਹੁੰਦਾ ਉਸ ਨੂੰ ਅਸੀਂ ਅਕਾਊਂਟਿੰਗ ਕੋਸਟ ਜਿਹੜਾ ਹੈ ਕਹਿ ਦਿੰਦੇ ਹਾਂ। ਇੱਕ ਲਾਗਤ ਇਹਦੇ ਵਿੱਚ ਦਿੱਤੀ ਵੀ ਹੋਈ ਜਿਸ ਨੂੰ ਅਸੀਂ ਅਪੋਰਚੁਨਿਟੀ ਕੋਸਟ ਜਾਂ ਅਵਸਰ ਲਾਗਤ ਜਾਂ ਵੈਕਲਪਿਕ ਲਾਗਤ ਕਹਿੰਦੇ ਹਾਂ। ਵੈਕਲਪਿਕ ਲਾਗਤ ਹੁੰਦੀ ਹੈ ਮਤਲਬ ਕਿ ਨੈਕਸਟ ਬੈਸਟ ਆਲਟਰਨੇਟਿਵ ਫੋਰਗੋਨ, ਦ ਕੋਸਟ ਆਫ ਨੈਕਸਟ ਬੈਸਟ ਆਲਟਰਨੇਟਿਵ ਫੋਰਗੋਨ। ਮਤਲਬ ਕਿ ਜਿਸ ਵਸਤੂ ਦਾ ਅਸੀਂ ਉਤਪਾਦਨ ਕੀਤਾ ਹੋਇਆ ਹੈ ਉਸ ਵਸਤੂ ਦਾ ਉਤਪਾਦਨ ਕਰਨ ਦੇ ਲਈ ਅਸੀਂ ਉਸ ਤੋਂ ਜਿਹੜੀ ਨੰਬਰ 2 ਵਾਲੀ ਵਸਤੂ ਹੈ ਉਸ ਦਾ ਤਿਆਗ ਕੀਤਾ। ਉਸ ਵਸਤੂ ਜਿਹੜੀ ਵਸਤੂ ਦਾ ਅਸੀਂ ਤਿਆਗ ਕੀਤਾ ਹੈ ਉਸ ਦੀ ਜਿਹੜੀ ਲਾਗਤ ਹੈ ਉਸ ਨੂੰ ਅਸੀਂ ਆਲਟਰਨੇਟਿਵ ਕੋਸਟ ਜਾਂ ਅਪੋਰਚੁਨਿਟੀ ਕੋਸਟ ਕਹਿੰਦੇ ਹਾਂ। ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਇੱਕ ਸੇਮ ਮਸ਼ੀਨ ਦੇ ਉੱਤੇ, ਸਿਲਾਈ ਮਸ਼ੀਨ ਦੇ ਉੱਤੇ ਆਪਾਂ ਇੱਕ ਸ਼ਰਟ ਦੀ ਉਤਪਾਦਨ ਕਰ ਰਹੇ ਹਾਂ, ਸ਼ਰਟ ਨੂੰ ਅਸੀਂ ਬਣਾ ਰਹੇ ਹਾਂ। ਸ਼ਰਟ ਜੇ ਨਾ ਬਣਾਉਂਦੇ ਅਸੀਂ ਪੈਂਟ ਬਣਾਉਂਦੇ, ਤੇ ਸ਼ਰਟ ਨੂੰ ਬਣਾਉਣ ਦੇ ਲਈ ਅਸੀਂ ਪੈਂਟ ਦਾ ਤਿਆਗ ਕੀਤਾ। ਤਾਂ ਸ਼ਰਟ ਨੂੰ ਬਣਾਉਣ ਦੀ ਜਿਹੜੀ ਲਾਗਤ ਹੈ ਉਸ ਨੂੰ ਕਰਨ ਦੇ ਲਈ, ਉਸ ਦਾ ਉਤਪਾਦਨ ਕਰਨ ਦੇ ਲਈ ਅਸੀਂ ਪੈਂਟ ਦੀ ਲਾਗਤ ਦਾ ਤਿਆਗ ਕੀਤਾ ਜਾਂ ਪੈਂਟ ਦੇ ਉਤਪਾਦਨ ਦਾ ਤਿਆਗ ਕੀਤਾ। ਤਾਂ ਸ਼ਰਟ ਦੇ ਉਤਪਾਦਨ ਦੀ ਜਿਹੜੀ ਆਲਟਰਨੇਟਿਵ ਕੋਸਟ ਹੈ ਉਹ ਪੈਂਟ ਦੀ ਲਾਗਤ ਹੋ ਗਈ। ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਅਪੋਰਚੁਨਿਟੀ ਕੋਸਟ। ਜਾਂ ਇੱਕ ਵਸਤੂ ਦਾ ਉਤਪਾਦਨ ਕਰਨ ਦੇ ਲਈ ਦੂਸਰੇ ਵਸਤੂ ਦਾ ਜਿਹੜਾ ਅਸੀਂ ਤਿਆਗ ਕੀਤਾ, ਦੂਸਰੇ ਵਸਤੂ ਦਾ ਉਤਪਾਦਨ ਨਹੀਂ ਕੀਤਾ, ਉਸ ਨੂੰ ਅਸੀਂ ਅਪੋਰਚੁਨਿਟੀ ਕੋਸਟ ਕਹਿੰਦੇ ਹਾਂ। ਤਾਂ ਜਿਹੜੀ ਇਕਨੋਮਿਕ ਕੋਸਟ ਹੈ ਜਿਹਨੂੰ ਅਸੀਂ ਆਰਥਿਕ ਲਾਗਤ ਕਹਿੰਦੇ ਹਾਂ, ਤਾਂ ਆਰਥਿਕ ਲਾਗਤ ਦੇ ਵਿੱਚ ਅਕਾਊਂਟਿੰਗ ਕੋਸਟ ਅਤੇ ਅਪੋਰਚੁਨਿਟੀ ਕੋਸਟ ਆਫ ਸੈਲਫ ਓਨਡ ਐਂਡ ਸੈਲਫ ਇੰਪਲੋਇਡ ਰਿਸੋਰਸਿਸ ਸ਼ਾਮਿਲ ਹੁੰਦੇ। ਮਤਲਬ ਮੈਂ ਰਿਪੀਟ ਕਰਦਾ, ਇਕਨੋਮਿਕ ਕੋਸਟ ਦੇ ਵਿੱਚ ਅਕਾਊਂਟਿੰਗ ਕੋਸਟ ਅਤੇ ਅਪੋਰਚੁਨਿਟੀ ਕੋਸਟ ਆਫ ਸੈਲਫ ਓਨਡ ਐਂਡ ਸੈਲਫ ਇੰਪਲੋਇਡ ਰਿਸੋਰਸਿਸ ਜਿਹੜੇ ਨੇ ਸ਼ਾਮਿਲ ਹੁੰਦੇ ਹਨ। ਨੈਕਸਟ ਇਜ਼ ਦਾ ਹਿਸਟੋਰੀਕਲ ਕੋਸਟ ਐਂਡ ਰਿਪਲੇਸਮੈਂਟ ਕੋਸਟ। ਹਿਸਟੋਰੀਕਲ ਕੋਸਟ ਕੀ ਹੁੰਦੀ ਹੈ? ਕਿਸੇ ਵੀ ਪਰਿਸੰਪਤੀ ਨੂੰ ਪ੍ਰਾਪਤ ਕਰਨ ਦੇ ਲਈ ਜਿਹੜੀ ਐਕਚੁਅਲ, ਜਿਹੜੀ ਵਾਸਤਵਿਕ ਲਾਗਤ ਅਸੀਂ ਕਰਦੇ ਹਾਂ ਜਦੋਂ ਅਸੀਂ ਉਸ ਐਸਟ ਨੂੰ, ਉਸ ਪਰਿਸੰਪਤੀ ਨੂੰ ਐਕਚੁਅਲੀ ਅਕਵਾਇਰ ਕਰਦੇ ਹਾਂ, ਗ੍ਰਹਿਣ ਕਰਦੇ ਹਾਂ, ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਐਕਚੁਅਲ ਕੋਸਟ, ਮਤਲਬ ਹਿਸਟੋਰੀਕਲ ਕੋਸਟ। ਇਸ ਹਿਸਟੋਰੀਕਲ ਕੋਸਟ ਨੂੰ ਅਸੀਂ ਐਕਸਪਲਿਸਿਟ ਕੋਸਟ ਵੀ ਕਰ ਸਕਦੇ ਹਾਂ। ਇਸ ਨੂੰ ਅਸੀਂ ਐਕਚੁਅਲ ਮਤਲਬ ਕਿ ਇਸ ਨੂੰ ਅਸੀਂ
हिस्टोरिकल कॉस्ट जिहड़ी है रिपीट करदा, हिस्टोरिकल कॉस्ट जिहड़ी है ਕਿਸੇ ਵੀ ਵਸਤੂ ਨੂੰ ਓਰੀਜਨਲੀ ਮੌਲਿਕ ਰੂਪ ਵਿੱਚ ਅਕਵਾਇਰ ਕਰਨ ਦੇ ਲਈ ਜਿਹੜਾ ਅਸੀਂ ਐਕਚੁਅਲ ਰੂਪ ਦੇ ਵਿੱਚ ਵਾਸਤਵਿਕ ਰੂਪ ਵਿੱਚ ਖਰਚ ਕਰਦੇ ਹਾਂ ਉਸ ਨੂੰ ਅਸੀਂ ਹਿਸਟੋਰੀਕਲ ਕੋਸਟ ਕਹਿੰਦੇ ਹਾਂ। ਅਤੇ ਜੇ ਹਿਸਟੋਰੀਕਲ ਕੋਸਟ ਅਤੇ ਅਕਾਊਂਟਿੰਗ ਕੋਸਟ 'ਚ ਡਿਫਰੈਂਸ ਕਰਨਾ ਹੋਵੇ ਤਾਂ ਅਕਾਊਂਟਿੰਗ ਕੋਸਟ ਨੂੰ ਅਸੀਂ ਐਕਸਪਲਿਸਿਟ ਕੋਸਟ ਵੀ ਕਹਿ ਦਿੰਦੇ ਹਾਂ, ਇਸ ਨੂੰ ਅਸੀਂ ਐਕਚੁਅਲ ਕੋਸਟ ਵੀ ਕਹਿ ਦਿੰਦੇ ਹਾਂ, ਅਸੀਂ ਇਸ ਨੂੰ ਐਕੁਜੀਸ਼ਨ ਕੋਸਟ ਜਾਂ ਐਬਸੋਲੂਟ ਕੋਸਟ ਵੀ ਕਹਿ ਦਿੰਦੇ ਹਾਂ। The next is the replacement cost. Replacement cost ਕੀ ਹੈ ਕਿ ਕੋਈ ਮਸ਼ੀਨ ਜਿਹੜੀ ਪੁਰਾਣੀ ਹੋ ਗਈ ਜਾਂ ਜਿਹੜੀ ਕਿ ਘਸ ਗਈ, ਜਿਹੜੀ obsolete ਹੋ ਗਈ, ਬੇਕਾਰ ਹੋ ਗਈ, ਉਸ ਮਸ਼ੀਨ ਦੀ ਜਗ੍ਹਾ ਤੇ, ਉਸ ਕੈਪੀਟਲ ਦੀ ਜਗ੍ਹਾ ਤੇ ਜਦੋਂ ਅਸੀਂ ਕੋਈ ਨਵੀਂ ਕੈਪੀਟਲ ਨੂੰ ਲੈ ਕੇ ਆਉਂਦੇ ਹਾਂ ਤਾਂ ਉਸ ਦੀ ਜਿਹੜੀ ਲਾਗਤ ਹੈ ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਰਿਪਲੇਸਮੈਂਟ ਕੋਸਟ। ਤਾਂ ਇਹ ਸੀਗੀਆਂ ਕੁਝ ਕਨਸੈਪਟਸ ਜਿਹੜੀਆਂ ਕੋਸਟ ਦੀਆਂ ਹੈਗੀਆਂ। ਤਾਂ ਹੁਣ ਅਸੀਂ ਕੋਸਟ ਨੂੰ ਦੋ ਥਿਊਰੀ ਦੇ ਵਿੱਚ ਵੰਡ ਸਕਦੇ ਹਾਂ। ਕੋਸਟ ਨੂੰ ਇੱਕ ਟ੍ਰੈਡੀਸ਼ਨਲ ਥਿਊਰੀ, ਇੱਕ ਹੈ ਮਾਡਰਨ ਥਿਊਰੀ। ਤਾਂ ਟ੍ਰੈਡੀਸ਼ਨਲ ਥਿਊਰੀ ਨੂੰ ਸਮੇਂ ਦੇ ਹਿਸਾਬ ਨਾਲ ਅਸੀਂ ਸ਼ਾਰਟ ਰਨ ਅਤੇ ਲੌਂਗ ਰਨ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਤਾਂ ਸ਼ਾਰਟ ਰਨ ਦੇ ਵਿੱਚ ਸ਼ਾਰਟ ਰਨ ਕੀ ਹੁੰਦਾ ਹੈ, ਉਹ ਸਮਾਂ ਜਿਸ ਦੇ ਵਿੱਚ ਅਸੀਂ ਸਾਰੇ ਉਤਪਾਦਨ ਦੇ ਸਾਧਨਾਂ ਵਿੱਚ ਤਬਦੀਲੀ ਨਹੀਂ ਕਰ ਸਕਦੇ। ਕੁਝ ਉਤਪਾਦਨ ਦੇ ਸਾਧਨ ਸਥਿਰ ਹੁੰਦੇ ਹਨ, ਕੁਝ ਉਤਪਾਦਨ ਦੇ ਸਾਧਨਾਂ ਵਿੱਚ ਅਸੀਂ ਤਬਦੀਲੀ ਕਰ ਸਕਦੇ ਤਾਂ ਉਸ ਨੂੰ ਅਸੀਂ ਸ਼ਾਰਟ ਰਨ ਕਹਿੰਦੇ ਹਾਂ। ਲੇਕਿਨ ਲੌਂਗ ਰਨ ਦੇ ਵਿੱਚ, ਦੀਰਘ ਕਾਲ ਦੇ ਵਿੱਚ ਅਸੀਂ ਸਾਰੇ ਉਤਪਾਦਨ ਦੇ ਸਾਧਨਾਂ ਵਿੱਚ ਤਬਦੀਲੀ ਕਰ ਸਕਦੇ ਤਾਂ ਉਸ ਨੂੰ ਅਸੀਂ ਲੌਂਗ ਰਨ ਕਹਿੰਦੇ ਹਾਂ। ਤਾਂ ਜਿਹੜਾ ਸ਼ਾਰਟ ਰਨ ਹੈ, ਜੇ ਸ਼ਾਰਟ ਰਨ ਦੇ ਵਿੱਚ ਅਸੀਂ ਜਿਹੜੀ ਕੋਸਟ ਹੈ ਉਸ ਨੂੰ ਅਸੀਂ ਫਿਕਸਡ ਅਤੇ ਵੇਰੀਏਬਲ ਕੋਸਟ, ਸਥਿਰ ਅਤੇ ਪਰਿਵਰਤਨਸ਼ੀਲ ਲਾਗਤ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਤਾਂ ਸਥਿਰ ਲਾਗਤ ਕੀ ਹੁੰਦੀ ਹੈ, ਉਹ ਲਾਗਤ ਜਿਹੜੀ ਕਿ ਉਤਪਾਦਨ ਵਿੱਚ ਤਬਦੀਲੀ ਕਰਨ ਨਾਲ ਸਥਿਰ ਰਹਿੰਦੀ ਹੈ। ਉਤਪਾਦਨ ਵਿੱਚ ਤਬਦੀਲੀ ਕਰ ਰਹੇ ਹਾਂ, ਉਤਪਾਦਨ ਵਿੱਚ ਵਾਧਾ ਘਾਟਾ ਕਰ ਰਹੇ ਹਾਂ, ਪਰ ਉਸ ਲਾਗਤ ਦੇ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ, ਉਹ ਲਾਗਤ ਉਸ ਹੀ ਰਹਿੰਦੀ ਹੈ। ਜਿਸ ਤਰ੍ਹਾਂ ਅਸੀਂ ਕੋਈ ਬਿਲਡਿੰਗ ਬਣਾਈ, ਅਸੀਂ ਕੋਈ ਬੜੀ ਮਸ਼ੀਨ ਲੈ ਕੇ ਆਈ, ਉਸ ਬਿਲਡਿੰਗ ਜਿਹੜੀ ਅਸੀਂ ਬਣਾਈ ਹੈ ਜਾਂ ਜਿਹੜੀਆਂ ਬੜੀਆਂ ਬੜੀਆਂ ਮਸ਼ੀਨਾਂ ਅਸੀਂ ਲੈ ਕੇ ਆਏ ਹਾਂ, ਉਤਪਾਦਨ ਅਸੀਂ ਕਰੀਏ ਜਾਂ ਨਾ ਕਰੀਏ, ਬਿਲਡਿੰਗ ਦੀ ਜਿਹੜੀ ਲਾਗਤ ਹੈ, ਜਿਹੜੀ ਮਸ਼ੀਨਾਂ ਦੀ ਜਿਹੜੀ ਲਾਗਤ ਹੈ, ਉਹ ਤਾਂ ਰਹਿਣੀ ਹੈ, ਉਹ ਉਨੀ ਰਹਿਣੀ ਹੈ, ਉਸਦੇ ਵਿੱਚ ਘਾਟਾ ਵਾਧਾ ਨਹੀਂ ਹੋਣਾ। ਜੇ ਉਤਪਾਦਨ ਅਸੀਂ ਘੱਟ ਕਰਦੇ ਹਾਂ ਤਾਂ ਵੀ ਬਿਲਡਿੰਗ ਦੀ ਕੋਸਟ ਅਤੇ ਮਸ਼ੀਨਾਂ ਦੀ ਕੋਸਟ ਸੇਮ ਰਹਿਣੀ ਹੈ। ਜੇ ਉਤਪਾਦਨ ਅਸੀਂ ਜ਼ਿਆਦਾ ਕਰਦੇ ਹਾਂ ਤਾਂ ਵੀ ਬਿਲਡਿੰਗ ਅਤੇ ਮਸ਼ੀਨਾਂ ਦੀ ਕੋਸਟ ਜਿਹੜੀ ਹੈ ਸੇਮ ਰਹਿਣੀ ਹੈ। ਤਾਂ ਫਿਕਸ ਕੋਸਟ ਕੀ ਹੁੰਦੀ ਹੈ, ਉਹ ਲਾਗਤ ਜਿਹੜੀ ਕਿ ਉਤਪਾਦਨ ਵਿੱਚ ਤਬਦੀਲੀ ਕਰਨ ਨਾਲ ਤਬਦੀਲ ਨਹੀਂ ਹੁੰਦੀ, ਉਸ ਨੂੰ ਅਸੀਂ ਸਥਿਰ ਲਾਗਤ ਕਹਿ ਦਿੰਦੇ ਹਾਂ। ਜਿਸ ਤਰ੍ਹਾਂ ਕਿ ਅਸੀਂ ਇਸ 10.3 ਟੇਬਲ 'ਚ ਦੇਖਦੇ ਹਾਂ, ਇਸਦੇ ਪਹਿਲੇ ਕਾਲਮ 'ਚ ਅਸੀਂ ਦੇਖਦੇ ਹਾਂ ਕਿ ਉਤਪਾਦਨ ਜਿਹੜੀ ਹੈ ਅਸੀਂ 0 1 2 3 4 5 6 ਅਸੀਂ ਕਰ ਰਹੇ ਹਾਂ, ਲੇਕਿਨ ਜਿਹੜੀ ਕੋਸਟ ਹੈ, ਫਿਕਸ ਕੋਸਟ ਜਿਹੜੀ ਹੈ ਉਹ 240 ਰੁਪਏ ਦੀ ਰਹਿੰਦੀ ਹੈ। ਇਸ ਦੇ ਵਿੱਚ ਕੋਈ ਘਾਟਾ ਵਾਧਾ ਨਹੀਂ ਹੁੰਦਾ, ਇਟ ਰਿਮੇਨਸ ਦਾ ਸੇਮ। ਜੇ ਅਸੀਂ ਇਸ ਦੀ ਡਾਇਗਰਾਮ ਬਣਾਈਏ ਤਾਂ ਡਾਇਗਰਾਮ ਅਸੀਂ ਦੇਖਦੇ ਹਾਂ ਕਿ ਐਕਸ ਐਕਸਿਸ 'ਤੇ ਅਸੀਂ ਆਉਟਪੁੱਟ ਲਿਆ ਅਤੇ ਵਾਈ ਐਕਸਿਸ 'ਤੇ ਅਸੀਂ ਕੋਸਟ ਲਈ ਹੈ। ਤਾਂ ਉਤਪਾਦਨ ਅਸੀਂ ਚਾਹੇ ਸ਼ੂन्य ਕਰੀਏ, ਸ਼ੂन्य ਦਾ ਮਤਲਬ ਕੋਈ ਉਤਪਾਦਨ ਵਸਤੂ ਦਾ ਨਾ ਕਰੀਏ, ਚਾਹੇ ਅਸੀਂ 1 ਇਕਾਈ ਦਾ ਉਤਪਾਦਨ ਕਰੀਏ, ਚਾਹੇ ਅਸੀਂ 8 ਇਕਾਈਆਂ ਦਾ ਉਤਪਾਦਨ ਕਰੀਏ, ਚਾਹੇ ਅਸੀਂ ਇਸ ਤੋਂ ਜ਼ਿਆਦਾ ਇਕਾਈਆਂ ਦਾ ਉਤਪਾਦਨ ਕਰੀਏ, ਪਰੰਤੂ ਜਿਹੜੀ ਫਿਕਸਡ ਕੋਸਟ ਹੈ ਉਹ 240 ਰੁਪਏ ਹੀ ਰਹਿੰਦੀ ਹੈ। ਇਸ ਕਰਕੇ ਟੋਟਲ ਫਿਕਸ ਕੋਸਟ, TFC ਮੀਨਸ ਟੋਟਲ ਫਿਕਸ ਕੋਸਟ ਜਿਹੜੀ ਕਰਵ ਹੈ ਇਹ ਰਹਿੰਦੀ ਹੈ ਪੈਰਲਲ ਟੂ ਐਕਸ ਐਕਸਿਸ, ਮਤਲਬ ਐਕਸ ਅਕਸ ਦੇ ਸਮਾਨਾਂਤਰ ਟੋਟਲ ਫਿਕਸ ਕੋਸਟ ਰਹਿੰਦੀ ਹੈ। ਦੂਸਰਾ ਜਿਹੜਾ ਕੰਸੈਪਟ ਹੈ ਉਹ ਹੈ ਟੋਟਲ ਵੇਰੀਏਬਲ ਕੋਸਟ, ਕੁੱਲ ਪਰਿਵਰਤਨਸ਼ੀਲ ਲਾਗਤ। ਕੁੱਲ ਪਰਿਵਰਤਨਸ਼ੀਲ ਲਾਗਤ ਜਾਂ ਪਰਿਵਰਤਨਸ਼ੀਲ ਲਾਗਤ ਕੀ ਹੁੰਦੀ ਹੈ, ਉਹ ਲਾਗਤ ਜਿਹੜੀ ਕਿ ਉਤਪਾਦਨ ਵਿੱਚ ਤਬਦੀਲੀ ਕਰਨ ਨਾਲ ਤਬਦੀਲ ਹੁੰਦੀ ਹੈ।
ਜਦੋਂ ਅਸੀਂ ਉਤਪਾਦਨ ਵਿੱਚ ਵਾਧਾ ਕਰਦੇ ਹਾਂ, ਇਸ ਲਾਗਤ ਦੇ ਵਿੱਚ ਵੀ ਤਬਦੀਲੀ ਹੁੰਦੀ ਹੈ। ਜਦੋਂ ਉਤਪਾਦਨ ਘਟਾਉਂਦੇ ਹਾਂ ਤਾਂ ਇਹ ਲਾਗਤ ਵੀ ਘਟ ਜਾਂਦੀ ਹੈ। ਜਦੋਂ ਉਤਪਾਦਨ ਵਧਾਉਂਦੇ ਹਾਂ ਇਹ ਲਾਗਤ ਕੀ ਹੈ, ਵੱਧ ਜਾਂਦੀ ਹੈ। ਜਿਸ ਤਰ੍ਹਾਂ ਜੇ ਅਸੀਂ ਕੋਈ ਉਤਪਾਦਨ ਨਹੀਂ ਕਰਦੇ, ਬਿਲਕੁਲ ਉਤਪਾਦਨ ਨਹੀਂ ਕਰਦੇ, ਤਾਂ ਅਸੀਂ ਵਰਕਰਸ ਨੂੰ ਕੰਮ ਤੇ ਨਹੀਂ ਲਗਾਵਾਂਗੇ। ਲੇਕਿਨ ਜਦੋਂ ਅਸੀਂ ਉਤਪਾਦਨ ਵਿੱਚ ਵਾਧਾ ਕਰਾਂਗੇ, ਜਿੰਨਾ ਉਤਪਾਦਨ ਵਿੱਚ ਵਾਧਾ ਕਰਾਂਗੇ, ਉਨਾ ਹੀ ਵਰਕਰਸ ਨੂੰ ਕੰਮ ਤੇ ਲਗਾਵਾਂਗੇ, ਉਨਾ ਹੀ ਰਾ ਮਟੀਰੀਅਲ ਦੀ ਕੋਸਟ ਜਿਹੜੀ ਹੈ ਉਹ ਵਧੇਗੀ, ਉਨਾ ਹੀ ਬਿਜਲੀ ਦਾ ਖਰਚ ਵੀ ਹੈ ਜ਼ਿਆਦਾ ਹੋਏਗਾ, ਤਾਂ ਉਨਾ ਹੀ ਅਦਰ ਜਿਹੜੀ ਸਾਨੂੰ ਸਟੋਰੇਜ ਕਪੈਸਿਟੀ ਵੀ ਉਸ ਹਿਸਾਬ ਨਾਲ ਵਧਾਉਣੀ ਪੈਣੀ ਹੈ ਜਦ ਜੋ ਅਸੀਂ ਉਤਪਾਦਨ ਕਰੀ ਜਾਵਾਂਗੇ। ਤਾਂ ਕੁਝ ਇਸ ਤਰ੍ਹਾਂ ਦੀਆਂ ਲਾਗਤਾਂ ਜਿਹੜੀਆਂ ਕਿ ਉਤਪਾਦਨ ਵਿੱਚ ਤਬਦੀਲੀ ਕਰਨ ਨਾਲ ਤਬਦੀਲ ਹੁੰਦੀਆਂ ਹਨ, ਇਸ ਨੂੰ ਅਸੀਂ ਕਹਿੰਦੇ ਹਾਂ ਟੋਟਲ ਵੇਰੀਏਬਲ ਕਾਸਟ। ਤਾਂ ਜੇ ਅਸੀਂ ਇਸ ਟੇਬਲ ਦੇ ਥਰਡ ਕਾਲਮ ਨੂੰ ਦੇਖੀਏ, ਤਾਂ ਜਦੋਂ 0 ਇਕਾਈ ਦਾ ਉਤਪਾਦਨ ਕੀਤਾ ਜਾਂਦਾ ਹੈ ਤਾਂ ਵੇਰੀਏਬਲ ਕੋਸਟ ਜਿਹੜੀ ਹੈ ਉਹ 0 ਹੀ ਰਹਿੰਦੀ ਹੈ, ਲੇਕਿਨ ਫਿਕਸ ਕੋਸਟ ਜਿਹੜੀ ਹੈ ਆਪਾਂ ਪਹਿਲਾਂ ਵੀ ਕੀਤੀ ਸੀ, ਇਹ 0 ਨਹੀਂ ਹੁੰਦੀ। ਤਾਂ ਚਾਹੇ ਉਤਪਾਦਨ ਨਾ ਕਰੀਏ ਤਾਂ ਬਿਲਡਿੰਗ ਅਤੇ ਬੜੀਆਂ ਮਸ਼ੀਨਾਂ ਤੇ ਖਰਚਾ ਤਾਂ ਹੋਏਗਾ। ਜਦੋਂ 1 ਇਕਾਈ ਦਾ ਉਤਪਾਦਨ ਕਰਦੇ ਹਾਂ ਤਾਂ ਵੇਰੀਏਬਲ ਕੋਸਟ 120, ਜੇ 2 ਦਾ ਕਰਦੇ ਹਾਂ ਤਾਂ ਕੋਸਟ ਜਿਹੜੀ ਹੈ ਵੇਰੀਏਬਲ ਕੋਸਟ ਜਿਹੜੀ ਹੈ ਡਬਲ ਨਹੀਂ ਹੋਈ, ਕੋਸਟ ਵਧੀ ਤਾਂ ਹੈ ਪਰੰਤੂ 40 ਰੁਪਏ ਵਧੀ ਹੈ। ਜੇ 3 ਇਕਾਈਆਂ ਦਾ ਉਤਪਾਦਨ ਕਰਦੇ ਹਾਂ, ਕੋਸਟ ਦੇ ਵਿੱਚ 20 ਰੁਪਏ ਵਾਧਾ ਹੁੰਦਾ ਹੈ, ਲੇਕਿਨ 3 ਇਕਾਈਆਂ ਤੋਂ ਇਹਦਾ ਮਤਲਬ ਕੀ ਹੋਇਆ, 3 ਇਕਾਈਆਂ ਤੱਕ ਵੇਰੀਏਬਲ ਕੋਸਟ ਦੇ ਵਿੱਚ ਵਾਧਾ ਘਟਦੀ ਹੀ ਦਰ ਨਾਲ ਹੋਇਆ। ਪਹਿਲਾਂ 40 ਵਧੇ, ਫਿਰ 20 ਵਧੇ। ਜਦੋਂ ਅਸੀਂ 3 ਇਕਾਈਆਂ ਤੋਂ ਵੱਧ ਇਕਾਈਆਂ ਦਾ ਉਤਪਾਦਨ ਕਰਦੇ ਹਾਂ, 4 ਇਕਾਈਆਂ ਦਾ ਉਤਪਾਦਨ ਕਰਦੇ ਹਾਂ, ਤਾਂ ਜਿਹੜੀ ਟੋਟਲ ਵੇਰੀਏਬਲ ਕੋਸਟ ਹੈ ਉਹ 180 ਤੋਂ ਵੱਧ ਕੇ 212 ਹੋ ਗਈ, ਮਤਲਬ 42 ਵੱਧ ਗਈ। ਜਦੋਂ 5 ਇਕਾਈਆਂ ਦਾ ਉਤਪਾਦਨ ਕਰਦੇ ਹਾਂ ਤਾਂ 280 ਮਾਈਨਸ 212, ਮਤਲਬ ਸਾਡੇ ਕੋਲ 68 ਜਿਹੜੀ ਹੈ ਉਹ ਕੋਸਟ ਵੱਧ ਗਈ। ਜਦੋਂ 6 ਇਕਾਈਆਂ ਦਾ ਉਤਪਾਦਨ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਉਹ 42 ਜਿਹੜੀ ਹੈ ਕੋਸਟ ਦੇ ਵਿੱਚ ਵਾਧਾ ਹੋ ਗਿਆ, 40 ਵੀ 140 ਜਿਹੜਾ ਹੈ ਕੋਸਟ ਦੇ ਵਿੱਚ ਵਾਧਾ ਹੋ ਗਿਆ। ਤਾਂ ਜਦੋਂ ਆਉਟਪੁੱਟ ਦੇ ਵਿੱਚ ਵਾਧਾ ਕਰਦੇ ਹਾਂ ਤਾਂ ਵੇਰੀਏਬਲ ਕੋਸਟ ਦੇ ਵਿੱਚ ਵਾਧਾ ਪਹਿਲਾਂ ਘਟਦੀ ਕਰਨਾ ਹੁੰਦਾ ਹੈ, ਇੱਕ ਸਟੇਜ ਤੋਂ ਬਾਅਦ ਵੇਰੀਏਬਲ ਕੋਸਟ ਵਿੱਚ ਵਾਧਾ ਵੱਧਦੀ ਹੋਈ ਦਰ ਨਾਲ ਹੁੰਦਾ। ਤਾਂ ਲੇਕਿਨ ਫਿਕਸ ਕੋਸਟ ਜਿਹੜੀ ਆ ਉਹ ਸਥਿਰ ਰਹਿੰਦੀ ਹੈ। ਜੇ ਅਸੀਂ ਟੋਟਲ ਕੋਸਟ ਦੀ ਗੱਲ ਕਰੀਏ ਤਾਂ ਟੋਟਲ ਕੋਸਟ ਜਿਹੜਾ ਹੈ ਉਹ ਟੋਟਲ ਫਿਕਸ ਕੋਸਟ ਅਤੇ ਟੋਟਲ ਵੇਰੀਏਬਲ ਕੋਸਟ ਦਾ ਕੀ ਹੈ ਜੋੜ ਹੈ। ਮਤਲਬ ਫਿਕਸ ਕੋਸਟ ਅਤੇ ਵੇਰੀਏਬਲ ਕੋਸਟ ਨੂੰ ਜੇ ਅਸੀਂ ਐਡ ਕਰ ਲਈਏ ਤਾਂ ਬਣ ਜਾਂਦਾ ਹੈ ਟੋਟਲ ਕੋਸਟ। ਤਾਂ ਹੁਣ ਜਿਹੜੀ ਫੋਰਥ ਕੋਲਮ ਹੈ, ਫੋਰਥ ਕੋਲਮ ਦੇ ਵਿੱਚ ਅਸੀਂ ਫਿਕਸ ਕੋਸਟ ਅਤੇ ਵੇਰੀਏਬਲ ਕੋਸਟ ਦੋਨਾਂ ਨੂੰ ਐਡ ਕਰਦੇ ਹਾਂ। ਐਡ ਕਰਕੇ ਜੋ ਵੀ ਕੋਸਟ ਬਣਦੀ ਹੈ ਉਸ ਨੂੰ ਅਸੀਂ ਟੋਟਲ ਕੋਸਟ ਜਾਂ ਕੁੱਲ ਲਾਗਤ ਅਸੀਂ ਕਹਿੰਦੇ ਹਾਂ। ਤਾਂ ਜੇ ਅਸੀਂ ਵੇਰੀਏਬਲ ਕੋਸਟ ਦੀ ਡਾਇਗਰਾਮ ਲਈਏ, ਇਹ ਵੇਰੀਏਬਲ ਕੋਸਟ ਦੀ ਡਾਇਗਰਾਮ ਹੈ, ਅਸੀਂ ਦੇਖਦੇ ਹਾਂ ਕਿ 3 ਇਕਾਈਆਂ ਦੇ ਉਤਪਾਦਨ ਤੱਕ ਟੋਟਲ ਵੇਰੀਏਬਲ ਕੋਸਟ ਘਟਦੀ ਹੋਈ ਦਰ ਨਾਲ ਵੱਧਦੀ ਹੈ, ਮਤਲਬ ਵੱਧ ਰਹੀ ਹੈ ਪਰੰਤੂ ਘਟਦੀ ਹੋਈ ਦਰ ਨਾਲ। ਜਦੋਂ 3 ਇਕਾਈਆਂ ਤੋਂ ਵੱਧ ਅਸੀਂ ਉਤਪਾਦਨ ਕਰਦੇ ਹਾਂ ਤਾਂ ਵੇਰੀਏਬਲ ਕੋਸਟ ਦੇ ਵਿੱਚ ਵਾਧਾ ਵੱਧਦੀ ਹੋਈ ਦਰ ਨਾਲ ਹੁੰਦਾ। ਲੇਕਿਨ ਜੇ 0 ਇਕਾਈ ਦਾ ਉਤਪਾਦਨ ਕਰਦੇ ਹਾਂ ਜਾਂ ਉਤਪਾਦਨ ਵਿੱਚ ਕੋਈ ਉਤਪਾਦਨ ਕਰਦੇ ਨਹੀਂ ਹੈ ਕਿਸੇ ਵਸਤੂ ਦਾ, ਤਾਂ ਵੇਰੀਏਬਲ ਕੋਸਟ ਜਿਹੜੀ ਹੈ ਉਹ 0 ਹੁੰਦੀ ਹੈ। ਜੇ ਹੁਣ ਅਸੀਂ ਵੇਰੀਏਬਲ ਕੋਸਟ ਅਤੇ ਫਿਕਸ ਕੋਸਟ ਦਾ ਟੋਟਲ ਕਰੀਏ ਤਾਂ ਇਹ ਟੋਟਲ ਕੋਸਟ ਹੈ। ਤਾਂ ਦਿਸ ਇਜ਼ ਦਾ ਟੋਟਲ ਕੋਸਟ। ਲੇਕਿਨ ਟੋਟਲ ਕੋਸਟ ਆਪਾਂ ਦੇਖ ਰਹੇ ਹਾਂ ਡਾਇਗਰਾਮ ਤੋਂ 10.3 ਚ ਕਿ ਵੇਰੀਏਬਲ ਟੋਟਲ ਕੋਸਟ ਜਿਹੜੀ ਹੈ ਪੁਆਇੰਟ ਆਫ ਓਰੀਜਨ ਤੋਂ, ਮਤਲਬ ਮੂਲ ਬਿੰਦੂ ਤੋਂ ਸ਼ੁਰੂ ਨਹੀਂ ਹੋ ਰਹੀ। ਮੂਲ ਬਿੰਦੂ ਤੋਂ ਸ਼ੁਰੂ ਇਸ ਕਰਕੇ ਨਹੀਂ ਹੋ ਰਹੀ ਕਿ ਜਦੋਂ ਅਸੀਂ 0 ਇਕਾਈ ਦਾ ਉਤਪਾਦਨ ਕਰਦੇ ਹਾਂ ਤਾਂ ਫਿਕਸ ਕੋਸਟ ਤਾਂ ਹੁੰਦੀ ਹੈ ਅਤੇ ਟੋਟਲ ਕੋਸਟ ਜਿਹੜੀ ਹੈ ਉਹ ਫਿਕਸ ਕੋਸਟ ਅਤੇ ਵੇਰੀਏਬਲ ਕੋਸਟ ਦਾ ਟੋਟਲ ਹੁੰਦੀ ਹੈ, ਜੋੜ ਹੁੰਦੀ ਹੈ। ਇਸ ਕਰਕੇ 0 ਇਕਾਈ ਦਾ ਉਤਪਾਦਨ ਕਰਨ ਤੇ ਫਿਕਸ ਕੋਸਟ ਤਾਂ ਹੋਏਗੀ।
ठीक है। ਜਿਹੜੀ ਕਿ ਡਾਇਗਰਾਮ 'ਚ 240 ਅਸੀਂ ਜਾਂ ਟੇਬਲ 'ਚ ਅਸੀਂ 240 ਜਿਹੜਾ ਹੈ ਸ਼ੋ ਕੀਤਾ ਹੈ, ਮਤਲਬ ਕਿ ਜ਼ੀਰੋ ਇਕਾਈ ਜਾਂ ਜਦੋਂ ਅਸੀਂ ਕੋਈ ਕਿਸੇ ਵਸਤੂ ਦਾ ਉਤਪਾਦਨ ਨਹੀਂ ਕਰਦੇ ਤਾਂ ਟੋਟਲ ਕੋਸਟ ਜਿਹੜੀ ਹੈ 240 ਰਹਿੰਦੀ ਹੈ, ਅਤੇ ਜੋ ਇਕਾਈਆਂ ਦਾ ਉਤਪਾਦਨ ਕਰਦੇ ਹੈ ਤਿੰਨ ਇਕਾਈਆਂ ਤੱਕ ਟੋਟਲ ਕੋਸਟ ਜਿਹੜੀ ਹੈ ਉਹ ਘਟਦੀ ਦਰ ਨਾਲ ਅਤੇ ਬਾਅਦ ਦੇ ਵਿੱਚ ਕੁੱਲ ਲਾਗਤ ਦੇ ਵਿੱਚ ਵਾਧਾ ਵੱਧਦੀ ਹੋਈ ਦਰ ਨਾਲ। ਜੇ ਅਸੀਂ ਇਹਨਾਂ ਤਿੰਨੋਂ ਡਾਇਗਰਾਮਸ ਨੂੰ ਫਿਕਸ ਕੋਸਟ, ਵੇਰੀਏਬਲ ਕੋਸਟ ਅਤੇ ਟੋਟਲ ਕੋਸਟ ਦਾ ਰਿਲੇਸ਼ਨਸ਼ਿਪ ਦੇਖੀਏ ਜਾਂ ਇਹਨਾਂ ਦਾ ਕੰਪੈਰੀਜ਼ਨ ਕਰ ਲਈਏ ਤਾਂ ਅਸੀਂ ਦੇਖਦੇ ਹਾਂ ਕਿ ਟੋਟਲ ਫਿਕਸ ਕੋਸਟ ਜਿਹੜੀ ਹੈ ਉਹ ਪੈਰਲਲ ਟੂ ਐਕਸ ਐਕਸਿਸ ਹੈ ਅਤੇ ਟੋਟਲ ਵੇਰੀਏਬਲ ਕੋਸਟ ਪੁਆਇੰਟ ਆਫ ਓਰੀਜਨ ਤੋਂ ਮੂਲ ਬਿੰਦੂ ਤੋਂ ਸ਼ੁਰੂ ਹੁੰਦੀ ਹੈ ਅਤੇ ਫਿਕਸ ਟੋਟਲ ਕੋਸਟ ਜਿਹੜੀ ਹੈ ਉਹ ਫਿਕਸ ਕੋਸਟ ਤੋਂ ਸ਼ੁਰੂ ਹੋ ਗਈ ਹੈ ਅਤੇ ਟੋਟਲ ਕੋਸਟ ਅਤੇ ਟੋਟਲ ਵੇਰੀਏਬਲ ਕੋਸਟ ਦੇ ਵਿੱਚ ਜਿਹੜਾ ਗੈਪ ਹੈ, ਅੰਤਰ ਹੈ, ਐਮ ਜੀ ਜਿਹੜਾ ਕਿ ਡਾਇਗਰਾਮ 'ਚ ਐਮ ਜੀ ਦਿੱਤਾ ਹੋਇਆ ਹੈ, ਐਮ ਜੀ ਜਿਹੜਾ ਇਹ ਗੈਪ ਫਿਕਸ ਕੋਸਟ ਦਾ ਗੈਪ ਹੈ। ਜਿੰਨਾ ਅੰਤਰ ਜਿੰਨੀ ਫਿਕਸ ਕੋਸਟ ਉਤਪਾਦਨ ਕਰਨ 'ਤੇ ਲੱਗਦੀ ਹੈ ਉਨਾ ਹੀ ਜਿਹੜਾ ਅੰਤਰ ਹੈ ਉਹ ਵੇਰੀਏਬਲ ਕੋਸਟ ਅਤੇ ਟੋਟਲ ਕੋਸਟ ਦੇ ਵਿੱਚ ਹੋਏਗਾ। ਠੀਕ ਹੈ। ਜਿਸ ਤਰ੍ਹਾਂ ਜੇ ਅਸੀਂ ਉਹ ਆਰ ਇਕਾਈਆਂ ਦਾ ਉਤਪਾਦਨ ਕਰਦੇ ਹਾਂ ਜਾਂ ਆਰ ਇਕਾਈ ਦਾ ਉਤਪਾਦਨ ਕਰਦੇ ਹਾਂ ਤਾਂ ਟੋਟਲ ਕੋਸਟ ਸਾਡੇ ਕੋਲ ਐਚ ਆਰ ਹੋਗੀ ਅਤੇ ਐਚ ਆਰ ਟੋਟਲ ਕੋਸਟ ਦੇ ਵਿੱਚ ਜਿਹੜੀ ਟੋਟਲ ਵੇਰੀਏਬਲ ਕੋਸਟ ਹੈ ਉਹ ਐਚ ਐਨ ਹੋਗੀ ਅਤੇ ਫਿਕਸ ਕੋਸਟ ਜਿਹੜੀ ਹੈ ਉਹ ਐਨ ਆਰ ਹੋਗੀ। ਇਸੇ ਤਰ੍ਹਾਂ ਜੇ ਅਸੀਂ ਉਹ ਕਿਊ ਇਕਾਈਆਂ ਦਾ ਉਤਪਾਦਨ ਕਰਦੇ ਹਾਂ ਤਾਂ ਟੋਟਲ ਕੋਸਟ ਸਾਡੇ ਕੋਲ ਐਮ ਕਿਊ ਹੋਗੀ, ਟੋਟਲ ਕੋਸਟ ਸਾਡੇ ਕੋਲ ਜੀ ਕਿਊ ਹੋਗੀ ਅਤੇ ਜਿਹੜੀ ਵੇਰੀਏਬਲ ਕੋਸਟ ਹੈ ਉਹ ਸਾਡੇ ਕੋਲ ਜੀ ਐਮ ਅਤੇ ਫਿਕਸ ਕੋਸਟ ਜਿਹੜੀ ਹੈ ਉਹ ਐਮ ਕਿਊ ਹੋਗੀ। ਤਾਂ ਇਹ ਜਿਹੜਾ ਰਿਲੇਸ਼ਨਸ਼ਿਪ ਹੈ ਜਿਹੜਾ ਕਿ ਅਸੀਂ ਦੇਖ ਰਹੇ ਹਾਂ ਟੋਟਲ ਕੋਸਟ ਅਤੇ ਟੋਟਲ ਵੇਰੀਏਬਲ ਕੋਸਟ ਦੇ ਵਿੱਚ ਅਸੀਂ ਦੇਖ ਰਹੇ ਹਾਂ ਜਿਹੜਾ ਅੰਤਰ ਹੈ ਥਰੂ ਆਊਟ ਉਹ ਸੇਮ ਹੈ। ਉਹ ਸੇਮ ਇਸ ਕਰਕੇ ਹੈ ਕਿ ਫਿਕਸ ਕੋਸਟ ਜਿਹੜੀ ਹੈ ਉਹ ਸਮਾਨ ਰਹਿੰਦੀ ਹੈ, ਫਿਕਸ ਕੋਸਟ ਦੇ ਵਿੱਚ ਘਾਟਾ ਵਾਧਾ ਨਹੀਂ ਹੁੰਦਾ, ਇਸ ਕਰਕੇ ਟੋਟਲ ਕੋਸਟ ਅਤੇ ਟੋਟਲ ਵੇਰੀਏਬਲ ਕੋਸਟ ਦੇ ਵਿੱਚ ਜਿਹੜਾ ਅੰਤਰ ਹੈ ਉਹ ਵੀ ਸਮਾਨ ਹੁੰਦਾ। ਇਸ ਦੇ ਵਿੱਚ ਅੰਤਰ ਦੇ ਵਿੱਚ ਅਸੀਂ ਘਾਟਾ ਵਾਧਾ ਨਹੀਂ ਕਰ ਸਕਦੇ। ਜੇ ਘਾਟਾ ਵਾਧਾ ਕਰ ਰਹੇ ਹਾਂ ਤਾਂ ਇਸ ਦਾ ਮਤਲਬ ਫਿਕਸ ਕੋਸਟ ਦੇ ਵਿੱਚ ਚੇਂਜ ਹੋ ਰਹੀ ਹੈ ਜਿਹੜਾ ਕਿ ਪੋਸੀਬਲ ਨਹੀਂ ਹੈ। ਤਾਂ ਇਹ ਸੀਗਾ relationship between total fixed cost, total variable cost and total cost। ਹੁਣ ਅਸੀਂ ਜੇ ਐਵਰੇਜ ਫਿਕਸ ਕੋਸਟ ਦੀ ਗੱਲ ਕਰੀਏ, ਐਵਰੇਜ ਵੇਰੀਏਬਲ ਕੋਸਟ ਦੀ ਗੱਲ ਕਰੀਏ ਤੇ ਐਵਰੇਜ ਕੋਸਟ ਦੀ ਗੱਲ ਕਰੀਏ। ਐਵਰੇਜ ਫਿਕਸ ਕੋਸਟ ਦਾ ਮਤਲਬ ਕੀ ਹੈ? ਔਸਤ ਸਥਿਰ ਲਾਗਤ। ਔਸਤ ਸਥਿਰ ਲਾਗਤ ਕੀ ਹੈ ਕਿ ਪ੍ਰਤੀ ਇਕਾਈ ਉਤਪਾਦਨ ਕਰਨ ਤੇ ਜਿਹੜੀ ਸਥਿਰ ਲਾਗਤ ਆਉਂਦੀ ਹੈ उसमें ਅਸੀਂ औसत स्थिर लागत कहते हैं। तो औसत स्थिर लागत की है टोटल फिक्स कॉस्ट मतलब कुल परिवर्तनशील लागत ਅਤੇ ਕੁੱਲ ਉਤਪਾਦਨ ਦਾ ਅਨੁਪਾਤ। ਜੇ ਟੋਟਲ ਫਿਕਸ ਕੋਸਟ ਨੂੰ ਅਸੀਂ ਕੁੱਲ ਉਤਪਾਦਨ ਦੀ ਇਕਾਈਆਂ ਨਾਲ ਡਿਵਾਈਡ ਕਰ ਦਈਏ ਤਾਂ ਬਣ ਜਾਏਗੀ ਐਵਰੇਜ ਫਿਕਸ ਕੋਸਟ। ਤਾਂ ਜਿਹੜਾ ਪਿਛਲਾ ਟੇਬਲ ਸਾਡੇ ਕੋਲ 10.3 ਸੀਗਾ ਉਸ ਦੇ ਵਿੱਚ ਕੁੱਲ ਸਥਿਰ ਲਾਗਤ ਸਾਡੇ ਕੋਲ 240 ਰੁਪਏ ਸੀ। ਤਾਂ 240 ਨੂੰ ਜੇ ਅਸੀਂ ਉਤਪਾਦਨ ਦੀ ਇਕਾਈਆਂ ਨਾਲ ਡਿਵਾਈਡ ਕਰ ਦਈਏ 240 ਡਿਵਾਈਡ ਬਾਈ 1 2 3 4 5 6 ਤਾਂ ਇਹ ਸਾਡੇ ਕੋਲ 240 120 80 60 48 ਅਤੇ 40 ਇਹ ਸਾਡੇ ਕੋਲ ਐਵਰੇਜ ਫਿਕਸ ਕੋਸਟ ਆ ਜਾਏਗੀ। ਅਸੀਂ ਦੇਖਦੇ ਹਾਂ ਕਿ ਜਿਉਂ ਜਿਉਂ ਉਤਪਾਦਨ ਦੀ ਇਕਾਈਆਂ ਵਿੱਚ ਵਾਧਾ ਕਰਦੇ ਹਾਂ ਤਾਂ ਜਿਹੜੀ ਔਸਤ ਸਥਿਰ ਲਾਗਤ ਹੈ ਉਹ ਲਗਾਤਾਰ ਕੀ ਹੈ ਘਟਦੀ ਹੈ। ਜਿਸ ਤਰ੍ਹਾਂ ਕਿ ਇਸ ਡਾਇਗਰਾਮ 'ਚ ਦੇਖਦੇ ਹਾਂ ਜਦੋਂ ਅਸੀਂ ਆਉਟਪੁੱਟ ਲਗਾਤਾਰ ਵਧਾ ਰਹੇ ਹਾਂ 0 1 2 3 4 5 6 ਤਾਂ ਐਵਰੇਜ ਫਿਕਸ ਕੋਸਟ ਜਿਹੜੀ ਹੈ ਲਗਾਤਾਰ ਜਿਹੜੀ ਹੈ ਉਹ ਘਟਦੀ। ਇਸ ਦੀ ਸ਼ੇਪ ਲਗਭਗ ਰੈਕਟੈਂਗੂਲਰ ਹਾਈਪਰਬੋਲਾ ਦੀ ਤਰ੍ਹਾਂ ਹੋ ਜਾਂਦੀ ਹੈ। ਇਹ ਕਦੇ ਵੀ ਐਵਰੇਜ ਫਿਕਸ ਕੋਸਟ ਐਕਸ ਐਕਸਿਸ ਨੂੰ ਜਾਂ ਬੇਸ ਲਾਈਨ ਨੂੰ ਟੱਚ ਨਹੀਂ ਕਰੇਗੀ
क्योंकि बेस लाइन को टच करने का मतलब है कि एवरेज फिक्स कॉस्ट जीरो होगी। एवरेज फिक्स कॉस्ट जीरो का मतलब होगा टोटल फिक्स कॉस्ट जी है जीरो होगी, जी कि पॉसिबल नहीं है। ਹੁਣ ਅਸੀਂ ਐਵਰੇਜ ਵੇਰੀਏਬਲ ਕੋਸਟ ਦੀ ਗੱਲ ਕਰਦੇ ਹਾਂ। ਐਵਰੇਜ ਵੇਰੀਏਬਲ ਕੋਸਟ ਦਾ ਮਤਲਬ ਕੀ ਹੈ ਕਿ ਜੇ ਅਸੀਂ ਕੁੱਲ ਪਰਿਵਰਤਨਸ਼ੀਲ ਲਾਗਤ ਅਤੇ ਕੁੱਲ ਉਤਪਾਦਨ ਦਾ ਅਨੁਪਾਤ ਲਈਏ ਤਾਂ ਉਹ ਬਣ ਜਾਂਦਾ ਔਸਤ ਪਰਿਵਰਤਨਸ਼ੀਲ ਲਾਗਤ। ਤਾਂ ਟੋਟਲ ਵੇਰੀਏਬਲ ਕੋਸਟ 10.3 ਟੇਬਲ 'ਚ 120, 160, 180, 212, 280 ਅਤੇ 420 ਹੈ। ਜੇ ਅਸੀਂ ਉਤਪਾਦਨ ਦੀ ਇਕਾਈਆਂ ਨਾਲ ਡਿਵਾਈਡ ਕਰਦੇ ਹਾਂ ਤਾਂ ਸਾਡੇ ਕੋਲ 120 ਡਿਵਾਈਡ ਬਾਈ 1, 120, ਫਿਰ 680, ਫਿਰ 60, ਫਿਰ 53, ਫਿਰ 56, ਫਿਰ 70। ਇਸ ਤੋਂ ਪਤਾ ਲੱਗਦਾ ਕਿ ਐਵਰੇਜ ਵੇਰੀਏਬਲ ਕੋਸਟ ਪਹਿਲਾਂ 120, ਫਿਰ 80, ਫਿਰ 60, ਫਿਰ 53, ਫਿਰ 56 ਅਪ ਟੂ 56 ਲਗਾਤਾਰ ਇਹ ਵੇਰੀਏਬਲ ਕੋਸਟ ਕੀ ਹੈ ਘਟ ਰਹੀ ਹੈ। ਜਦੋਂ 5 ਇਕਾਈਆਂ ਤੋਂ ਵੱਧ ਅਸੀਂ ਉਤਪਾਦਨ ਦੀ ਇਕਾਈਆਂ ਕਰਦੇ ਹਾਂ ਤਾਂ ਐਵਰੇਜ ਵੇਰੀਏਬਲ ਕੋਸਟ ਕੀ ਹੈ ਵੱਧਦੀ। ਤਾਂ ਇਸ ਦਾ ਮਤਲਬ ਉਤਪਾਦਨ ਦੀ ਇਕਾਈਆਂ ਵਿੱਚ ਵਾਧਾ ਕਰਨ ਨਾਲ ਔਸਤ ਪਰਿਵਰਤਨਸ਼ੀਲ ਲਾਗਤ ਪਹਿਲਾਂ ਘਟਦੀ ਹੈ ਅਤੇ ਇੱਕ ਸਟੇਜ ਤੋਂ ਆ ਕੇ ਇਹ ਜੇ ਅਸੀਂ ਉਤਪਾਦਨ ਵਿੱਚ ਵਾਧਾ ਕਰਦੇ ਹਾਂ ਤਾਂ ਔਸਤ ਪਰਿਵਰਤਨਸ਼ੀਲ ਲਾਗਤ ਦੇ ਵਿੱਚ ਵਾਧਾ ਹੁੰਦਾ। ਇਸ ਤਰ੍ਹਾਂ ਕਿ इस डायग्राम से ਅਸੀਂ देखते हैं कि अप टू 5th यूनिट एवरेज वेरिएबल कोस्ट ਜਿਹੜੀ ਹੈ ਉਹ ਘਟ ਰਹੀ ਹੈ ਅਤੇ 5th यूनिट ਤੋਂ ਬਾਅਦ ਜੇ ਅਸੀਂ ਉਤਪਾਦਨ ਦੀ ਇਕਾਈ ਵਧਾਉਂਦੇ ਹਾਂ ਤਾਂ ਵੇਰੀਏਬਲ ਕੋਸਟ ਦੇ ਵਿੱਚ ਵਾਧਾ ਹੁੰਦਾ ਹੈ ਅਤੇ ਇਹ ਐਵਰੇਜ ਵੇਰੀਏਬਲ ਕੋਸਟ ਜਿਹੜੀ ਹੈ ਇੰਗਲਿਸ਼ ਲੈਟਰ ਯੂ ਦੀ ਸ਼ੇਪ ਉਸ ਦਾ ਆਕਾਰ ਕੀ ਹੈ ਲੈ ਲੈਂਦੀ। ਜਿਹੜੀ 4th ਕਾਲਮ ਹੈ ਇਹ ਸ਼ੋ ਕਰਦੀ ਹੈ ਐਵਰੇਜ ਕੋਸਟ, ਜਿਸ ਨੂੰ ਅਸੀਂ ਔਸਤ ਲਾਗਤ ਕਹਿੰਦੇ ਹਾਂ। ਉਸ ਲਾਗਤ ਨੂੰ ਅਸੀਂ ਪ੍ਰਤੀ ਇਕਾਈ ਕੁੱਲ ਲਾਗਤ ਵੀ ਕਹਿ ਸਕਦੇ ਹਾਂ। ਇਹ ਪ੍ਰਤੀ ਇਕਾਈ ਕੁੱਲ ਲਾਗਤ ਜੇ ਅਸੀਂ ਟੋਟਲ ਕੋਸਟ ਨੂੰ ਕੁੱਲ ਲਾਗਤ ਨੂੰ ਉਤਪਾਦਨ ਦੀ ਕੁੱਲ ਇਕਾਈਆਂ ਨਾਲ ਡਿਵਾਈਡ ਕਰ ਦਈਏ ਜਾਂ ਅਸੀਂ ਐਵਰੇਜ ਫਿਕਸ ਕੋਸਟ ਨੂੰ ਐਵਰੇਜ ਵੇਰੀਏਬਲ ਕੋਸਟ ਦੇ ਵਿੱਚ ਐਡ ਕਰ ਦਈਏ ਤਾਂ ਸਾਡੇ ਕੋਲ ਉਸ ਲਾਗਤ ਬਣ ਜਾਂਦੀ ਹੈ। ਤਾਂ ਕੁੱਲ ਲਾਗਤ ਜਿਹੜਾ 10.3 ਦਾ ਟੇਬਲ ਹੈ 360, 400, 420, 452, 520, 660 ਇਸ ਨੂੰ ਅਸੀਂ ਉਤਪਾਦਨ ਦੀ ਇਕਾਈਆਂ ਨਾਲ ਡਿਵਾਈਡ ਕਰੀਏ ਤਾਂ ਸਾਡੇ ਕੋਲ ਉਸ ਲਾਗਤ 360, 200, 140, 113, 104 मतलब 5 ਇਕਾਈਆਂ ਦੇ ਉਤਪਾਦਨ ਤੱਕ ਉਸ ਲਾਗਤ ਜਿਹੜਾ ਲਗਾਤਾਰ ਕੀ ਹੈ ਘਟ ਰਿਹਾ ਅਤੇ 5 ਇਕਾਈਆਂ ਤੋਂ ਵੱਧ ਜਦੋਂ ਅਸੀਂ ਉਤਪਾਦਨ ਕਰਦੇ ਹਾਂ ਤਾਂ ਉਸ ਲਾਗਤ ਦੇ ਵਿੱਚ ਵਾਧਾ ਹੁੰਦਾ। ਤਾਂ ਇਹ ਉਸ ਲਾਗਤ ਜਿਹੜਾ ਹੈ ਉਸ ਸਥਿਰ ਲਾਗਤ ਅਤੇ ਉਸ ਪਰਿਵਰਤਨਸ਼ੀਲ ਲਾਗਤ ਦਾ ਵੀ ਜੋੜ ਹੁੰਦੀ ਹੈ। ਹੁਣ ਜੇ ਅਸੀਂ एवरेज वेरिएबल कॉस्ट लिखा हुआ है, ये एवरेज वेरिएबल कॉस्ट नहीं है, एवरेज टोटल कॉस्ट है। तो एवरेज टोटल कॉस्ट जो है ये भी इंग्लिश लैटर यू की तरह ही होता है। जे असं कुल उत्पादन को कुल लागत को कुल उत्पादन के नाल की है डिवाइड कर दी या एवरेज फिक्स कॉस्ट प्लस एवरेज वेरिएबल कॉस्ट असी ऐड कर दी। ਤਾਂ ਹੁਣ ਜੇ ਇਹਨਾਂ ਚਾਰਾਂ ਤਿੰਨਾਂ ਦਾ ਰਿਲੇਸ਼ਨਸ਼ਿਪ ਦੇਖੀਏ ਅਤੇ ਨਾਲ ਅਸੀਂ ਇੱਕ ਕੋਸਟ ਕਰਵ ਜਿਹੜੀ ਹੈ ਮਾਰਜਨਲ ਕੋਸਟ ਦੀ ਗੱਲ ਕਰੀਏ ਤਾਂ ਪਹਿਲਾਂ ਮਾਰਜਨਲ ਕੋਸਟ ਦੀ ਗੱਲ ਕਰਦੇ ਹਾਂ ਜਿਸ ਨੂੰ ਅਸੀਂ ਸੀਮਾਂਤ ਲਾਗਤ ਕਹਿੰਦੇ ਹਾਂ। ਤਾਂ ਸੀਮਾਂਤ ਲਾਗਤ ਕੀ ਹੁੰਦੀ ਹੈ? ਚੇਂਜ ਇਨ ਟੋਟਲ ਕੋਸਟ ਡਿਵਾਈਡਡ ਬਾਈ ਚੇਂਜ ਇਨ 1 ਯੂਨਿਟ ਆਫ ਆਊਟਪੁੱਟ। ਕੁੱਲ ਲਾਗਤ ਵਿੱਚ ਪਰਿਵਰਤਨ ਨੂੰ ਜੇ ਅਸੀਂ ਉਤਪਾਦਨ ਦੀ ਇੱਕ ਇਕਾਈ ਵਿੱਚ ਤਬਦੀਲੀ ਦੇ ਨਾਲ ਡਿਵਾਈਡ ਕਰ ਦਈਏ ਤਾਂ ਉਹ ਨੂੰ ਅਸੀਂ ਕਹਿੰਦੇ ਹਾਂ ਸੀਮਾਂਤ ਲਾਗਤ।
ਮਤਲਬ ਜਾਂ ਅਸੀਂ ਕਹਿ ਸਕਦੇ ਹਾਂ ਜਿੰਨਾ ਟੋਟਲ ਵੇਰੀਏਬਲ ਕੋਸਟ ਦੇ ਵਿੱਚ ਚੇਂਜ ਆਉਂਦੀ ਹੈ, ਇੱਕ ਉਤਪਾਦਨ ਦੀ ਇਕਾਈ ਵਿੱਚ ਤਬਦੀਲੀ ਕਰਨ ਨਾਲ ਕੁੱਲ ਪਰਿਵਰਤਨਸ਼ੀਲ ਲਾਗਤ ਵਿੱਚ ਜੋ ਤਬਦੀਲੀ ਆਉਂਦੀ ਹੈ ਉਸ ਨੂੰ ਅਸੀਂ ਸੀਮਾਂਤ ਲਾਗਤ ਕਹਿੰਦੇ ਹਾਂ। ਤਾਂ ਹੁਣ ਇਸ 10.5 ਟੇਬਲ 'ਚ ਅਸੀਂ ਦੇਖਦੇ ਹਾਂ ਇਹ 10.3 ਵਾਲੀ ਹੀ ਵੈਲਿਊਜ਼ ਲਈਆਂ ਹੋਈਆਂ ਨੇ। ਜਦੋਂ ਅਸੀਂ ਇੱਕ ਇਕਾਈ ਦਾ ਉਤਪਾਦਨ ਕਰਦੇ ਹਾਂ ਤਾਂ ਟੋਟਲ ਕੋਸਟ 360 ਹੈ, ਵੇਰੀਏਬਲ ਕੋਸਟ 120 ਹੈ, ਤਾਂ ਮਾਰਜਨ ਕੋਸਟ 120 ਹੋਗੀ। ਜਦੋਂ ਅਸੀਂ 4 ਇਕਾਈਆਂ ਦਾ ਉਤਪਾਦਨ ਕਰਦੇ ਹਾਂ ਤਾਂ ਲਾਗਤ ਦੇ ਵਿੱਚ ਵਾਧਾ, ਕੁੱਲ ਲਾਗਤ ਦੇ ਵਿੱਚ ਅਤੇ ਕੁੱਲ ਪਰਿਵਰਤਨਸ਼ੀਲ ਲਾਗਤ ਵਿੱਚ ਵਾਧਾ 40 ਦਾ ਹੁੰਦਾ ਹੈ, ਤਾਂ ਮਾਰਜਨ ਕੋਸਟ ਜਿਹੜੀ ਹੈ ਸੀਮਾਂਤ ਲਾਗਤ 40 ਹੋਗੀ। 3 ਇਕਾਈਆਂ ਦਾ ਉਤਪਾਦਨ करते हैं, टोटल वेरिएबल कॉस्ट 180 मतलब 20 रुपीज़ बढ़ गई, तो मार्जिन कॉस्ट 20, फिर 32, फिर 68 ਅਤੇ ਫਿਰ 140। ਤਾਂ ਅਸੀਂ ਦੇਖਦੇ ਹਾਂ ਕਿ ਉਤਪਾਦਨ ਦੀ ਇਕਾਈਆਂ ਵਿੱਚ ਵਾਧਾ ਕਰਨ ਨਾਲ ਪਹਿਲਾਂ ਸੀਮਾਂਤ ਲਾਗਤ 3 ਇਕਾਈਆਂ ਤੱਕ ਸੀਮਾਂਤ ਲਾਗਤ ਕੀ ਘਟਦੀ ਹੈ। ਜਦੋਂ 3 ਇਕਾਈਆਂ ਤੋਂ ਵੱਧ ਇਕਾਈਆਂ ਦਾ ਉਤਪਾਦਨ ਕਰਦੇ ਹਾਂ ਤਾਂ ਸੀਮਾਂਤ ਲਾਗਤ ਦੇ ਵਿੱਚ ਕੀ ਹੁੰਦਾ ਹੈ, ਵਾਧਾ ਹੁੰਦਾ। ਤਾਂ ਇਹ ਵੀ ਇੰਗਲਿਸ਼ ਲੈਟਰ ਯੂ ਦੀ ਤਰ੍ਹਾਂ ਹੀ ਹੁੰਦੀ ਹੈ। ਜੇ ਅਸੀਂ ਐਵਰੇਜ ਫਿਕਸ ਕੋਸਟ, ਐਵਰੇਜ ਵੇਰੀਏਬਲ ਕੋਸਟ, ਐਵਰੇਜ ਟੋਟਲ ਕੋਸਟ ਅਤੇ ਮਾਰਜਨ ਕੋਸਟ ਦਾ ਰਿਲੇਸ਼ਨਸ਼ਿਪ ਲਈਏ ਤਾਂ ਇਹ ਰਿਲੇਸ਼ਨਸ਼ਿਪ ਹੈ। ਤਾਂ ਇਸ 10.8 ਡਾਇਗਰਾਮ 'ਚ ਅਸੀਂ ਦੇਖਦੇ ਹਾਂ कि एवरेज फिक्स कॉस्ट लगातार की है घट रही है। ਇਹਦੀ ਸ਼ੇਪ ਜਿਹੜੀ ਹੈ ਰੈਕਟੈਂਗੂਲਰ ਹਾਈਪਰਬੋਲਾ ਦੀ ਤਰ੍ਹਾਂ ਅਸੀਂ ਗੱਲ ਕਰ ਚੁੱਕੇ। ਐਵਰੇਜ ਵੇਰੀਏਬਲ ਕੋਸਟ ਉਤਪਾਦਨ ਵਿੱਚ ਵਾਧਾ ਕਰਨ ਨਾਲ ਪਹਿਲਾਂ ਘਟਦੀ ਹੈ, ਫਿਰ ਇੱਕ ਸਟੇਜ ਤੋਂ ਆ ਕੇ ਇਹ ਕੀ ਹੈ ਵੱਧਦੀ ਹੈ। ਅਤੇ ਐਵਰੇਜ ਟੋਟਲ ਕੋਸਟ, ਐਵਰੇਜ ਫਿਕਸ ਕੋਸਟ ਅਤੇ ਐਵਰੇਜ ਵੇਰੀਏਬਲ ਕੋਸਟ ਦਾ ਟੋਟਲ ਹੈ, ਇਹਦਾ ਜੋੜ ਹੈ। ਤਾਂ ਜਿਸ ਤਰ੍ਹਾਂ ਡਾਇਗਰਾਮ 'ਚ ਦੇਖ ਰਹੇ ਹਾਂ ਅਸੀਂ ST ਜਿਹੜਾ ਹੈ ਉਹ ਸਾਨੂੰ ਐਵਰੇਜ ਫਿਕਸ ਕੋਸਟ ਦਾ ਅੰਤਰ ਦੱਸਦਾ ਹੈ। ST ਐਵਰੇਜ ਫਿਕਸ ਕੋਸਟ ਦਾ ਅੰਤਰ ਦੱਸਦਾ ਕਿ ਇਹਨਾਂ ਐਵਰੇਜ ਫਿਕਸ ਕੋਸਟ ਜਿਹੜੀ ਮਾਰਜਨ ਕੋਸਟ ਵੀ ਹੈ। ਜਦੋਂ ਅਸੀਂ ਉਤਪਾਦਨ ਵਿੱਚ ਵਾਧਾ ਕਰਦੇ ਹਾਂ ਤਾਂ ਪਹਿਲਾਂ ਮਾਰਜਨ ਕੋਸਟ ਘਟਦੀ ਹੈ, ਟੇਬਲ ਤੋਂ ਵੀ ਅਸੀਂ ਦੇਖਿਆ, ਅਤੇ ਫਿਰ ਇੱਕ ਸਥਿਤੀ ਤੋਂ ਇੱਕ ਸੀਮਾ ਤੋਂ ਬਾਅਦ ਜੇ ਉਤਪਾਦਨ ਵਿੱਚ ਵਾਧਾ ਕਰਦੇ ਹਾਂ ਤਾਂ ਮਾਰਜਨ ਕੋਸਟ ਵਿੱਚ ਵਾਧਾ ਹੁੰਦਾ ਹੈ। ਹੁਣ ਇਸ ਡਾਇਗਰਾਮ ਦੇ ਵਿੱਚ ਜਿਹੜੀ ਇੱਕ ਚੀਜ਼ ਦੇਖਣ ਵਾਲੀ ਹੈ, ਇਸ ਡਾਇਗਰਾਮ ਦੇ ਵਿੱਚ R ਅਤੇ S ਦੋ ਪੁਆਇੰਟਸ ਲਗਾਏ ਹੋਏ ਨੇ। ਤਾਂ ਮਾਰਜਨਲ ਕੋਸਟ ਜਿਹੜਾ ਹੈ ਐਵਰੇਜ ਵੇਰੀਏਬਲ ਕੋਸਟ ਨੂੰ ਵੀ ਅਤੇ ਐਵਰੇਜ ਟੋਟਲ ਕੋਸਟ ਨੂੰ ਵੀ ਸਭ ਤੋਂ ਹੇਠਲੇ ਬਿੰਦੂ ਤੋਂ ਮਤਲਬ ਮਿਨੀਮਮ ਪੁਆਇੰਟ ਤੋਂ ਜਾਂ ਲੋਐਸਟ ਪੁਆਇੰਟ ਤੋਂ ਘਟਦਾ ਹੋਇਆ ਉੱਪਰ ਨੂੰ ਜਾਂਦਾ ਹੈ। ਅਤੇ ਮਾਰਜਨਲ ਕੋਸਟ ਦਾ ਜਿਹੜਾ ਮਿਨੀਮਮ ਪੁਆਇੰਟ ਹੈ ਉਹ ਐਵਰੇਜ ਟੋਟਲ ਕੋਸਟ ਦੇ ਮਿਨੀਮਮ ਪੁਆਇੰਟ ਤੋਂ ਪਹਿਲਾਂ ਆਉਂਦਾ ਹੈ। ਮਤਲਬ ਜਦੋਂ ਅਸੀਂ ਟੇਬਲ 'ਚ ਵੀ ਦੇਖਦੇ ਹਾਂ ਜੇ 5 ਇਕਾਈਆਂ ਦਾ ਉਤਪਾਦਨ ਕਰਨ ਤੋਂ ਬਾਅਦ ਐਵਰੇਜ ਟੋਟਲ ਕੋਸਟ ਜਿਹੜੀ ਹੈ ਵੱਧਦੀ ਹੈ, ਮਤਲਬ 5 ਇਕਾਈਆਂ ਦੇ ਉਤਪਾਦਨ ਤੱਕ ਐਵਰੇਜ ਟੋਟਲ ਕੋਸਟ ਕੀ ਹੈ ਘਟਦੀ ਹੈ। ਲੇਕਿਨ ਮਾਰਜਨ ਕੋਸਟ ਜਿਹੜੀ ਹੈ 3 ਇਕਾਈਆਂ ਦੇ ਉਤਪਾਦਨ ਤੱਕ ਘਟਦੀ ਹੈ ਅਤੇ 3 ਇਕਾਈਆਂ ਦੇ ਉਤਪਾਦਨ ਤੋਂ ਬਾਅਦ ਇਹ ਵਧਣੀ ਸ਼ੁਰੂ ਹੋ ਜਾਂਦੀ ਹੈ। ਤਾਂ ਰਿਪੀਟ ਕਰਦੇ ਹਾਂ ਕਿ ਮਾਰਜਨ ਕੋਸਟ ਦਾ ਮਿਨੀਮਮ ਪੁਆਇੰਟ ਐਵਰੇਜ ਟੋਟਲ ਕੋਸਟ ਦੇ ਮਿਨੀਮਮ ਪੁਆਇੰਟ ਤੋਂ ਪਹਿਲਾਂ ਆਉਂਦਾ ਹੈ ਅਤੇ ਵੇਰੀਏਬਲ ਕੋਸਟ ਦੇ ਮਿਨੀਮਮ ਪੁਆਇੰਟ ਤੋਂ ਪਹਿਲਾਂ ਆਉਂਦਾ ਹੈ, ਅਤੇ ਮਾਰਜਨਲ ਕੋਸਟ ਐਵਰੇਜ ਵੇਰੀਏਬਲ ਕੋਸਟ ਅਤੇ ਐਵਰੇਜ ਟੋਟਲ ਕੋਸਟ ਦੇ ਮਿਨੀਮਮ ਪੁਆਇੰਟ ਨੂੰ ਕੱਟ ਕਰਦਾ ਹੋਇਆ ਘਟਦਾ ਹੋਇਆ ਉੱਪਰ ਨੂੰ ਜਾਣਾ। ਮਾਰਜਨ ਕੋਸਟ ਐਵਰੇਜ ਕੋਸਟ ਨੂੰ ਹਮੇਸ਼ਾ ਹੀ ਸਭ ਤੋਂ ਨਿਚਲੇ ਪੁਆਇੰਟ ਤੋਂ ਕੱਟੇਗਾ, ਮਤਲਬ ਕਿ ਦਾएं ਬਾएं ਤੋਂ ਨਹੀਂ ਕੱਟੇਗਾ, ਰਾਈਟ ਸਾਈਡ ਤੋਂ ਜਾਂ ਲੈਫਟ ਸਾਈਡ ਤੋਂ ਨਹੀਂ ਕੱਟੇਗਾ। ਅਤੇ ਡਾਇਗਰਾਮ ਦੇ ਵਿੱਚ ST ਜਿਹੜਾ ਹੈ ਉਹ ਗੈਪ ਜਿਹੜਾ ਹੈ ਉਹ ਫਿਕਸ ਕੋਸਟ ਦੇ ਗੈਪ ਨੂੰ ਸ਼ੋ ਕਰਦਾ ਹੈ, ਐਵਰੇਜ ਫਿਕਸ ਕੋਸਟ ਦੇ ਗੈਪ ਨੂੰ ਸ਼ੋ ਕਰਦਾ। ਇੱਕ ਹੋਰ ਜਿਹੜਾ ਰਿਲੇਸ਼ਨਸ਼ਿਪ ਇਸ ਦੇ ਵਿੱਚ ਦੇਖਣ ਵਾਲਾ ਹੈ ਕਿ ਐਵਰੇਜ ਟੋਟਲ ਕੋਸਟ ਅਤੇ ਐਵਰੇਜ ਵੇਰੀਏਬਲ ਕੋਸਟ ਦੇ ਵਿੱਚ ਅੰਤਰ ਪਹਿਲਾਂ ਜ਼ਿਆਦਾ ਹੈ ਅਤੇ ਹੌਲੀ ਹੌਲੀ ਇਹ ਅੰਤਰ ਕੀ ਹੈ ਘਟਦਾ ਹੈ। ਇਹ ਅੰਤਰ ਪਹਿਲਾਂ ਜ਼ਿਆਦਾ ਕਿਉਂ ਹੈ, ਬਾਅਦ ਦੇ ਵਿੱਚ ਅੰਤਰ ਕਿਉਂ ਘਟਦਾ ਹੈ? ਕਿਉਂਕਿ ਐਵਰੇਜ ਫਿਕਸ ਕੋਸਟ ਦੇ ਵਿੱਚ
ਐਵਰੇਜ ਫਿਕਸ ਕੋਸਟ ਪਹਿਲਾਂ ਜ਼ਿਆਦਾ ਹੁੰਦੀ ਹੈ ਉਤਪਾਦਨ ਦੇ ਸ਼ੁਰੂ ਵਿੱਚ, ਅਤੇ ਹੌਲੀ ਹੌਲੀ ਉਤਪਾਦ ਔਸਤ ਸਥਿਰ ਲਾਗਤ ਲਗਾਤਾਰ ਕੀ ਹੈ ਘਟਦੀ ਹੈ। ਸ਼ੁਰੂ ਵਿੱਚ ਔਸਤ ਸਥਿਰ ਲਾਗਤ ਜ਼ਿਆਦਾ ਘਟਦੀ ਹੈ ਅਤੇ ਬਾਅਦ ਦੇ ਵਿੱਚ ਔਸਤ ਸਥਿਰ ਲਾਗਤ ਘਟਦੀ ਹੈ। ਤਾਂ ਪਹਿਲਾਂ ਗੈਪ ਜ਼ਿਆਦਾ ਹੁੰਦਾ ਹੈ ਅਤੇ ਹੌਲੀ ਹੌਲੀ ਗੈਪ ਕੀ ਹੈ ਘਟਦਾ ਜਾਂਦਾ ਹੈ। ਪਰੰਤੂ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਇਹ ਹੈ ਕਿ ਐਵਰੇਜ ਟੋਟਲ ਕੋਸਟ ਅਤੇ ਐਵਰੇਜ ਵੇਰੀਏਬਲ ਕੋਸਟ ਕਦੇ ਵੀ ਇੱਕ ਦੂਜੇ ਨੂੰ ਟੱਚ ਨਹੀਂ ਕਰਨਗੇ। ਟੱਚ ਕਰਨ ਦਾ ਮਤਲਬ ਇਹ ਹੋ ਗਿਆ ਕਿ ਫਿਕਸ ਕੋਸਟ ਜਿਹੜੀ ਹੈ ਉਹ ਜ਼ੀਰੋ ਹੋ ਗਈ, ਅਤੇ ਫਿਕਸ ਕੋਸਟ ਕਦੀ ਜ਼ੀਰੋ ਨਹੀਂ ਹੋਏਗੀ। ਫਿਕਸ ਕੋਸਟ ਜ਼ੀਰੋ ਕਦੋਂ ਹੋਏਗੀ? ਜਦੋਂ ਐਵਰੇਜ ਫਿਕਸ ਕੋਸਟ ਬੇਸ ਲਾਈਨ ਨੂੰ ਜਾਂ ਐਕਸ ਐਕਸਿਸ ਨੂੰ ਟੱਚ ਕਰੇਗੀ। ਬੇਸ ਲਾਈਨ ਨੂੰ ਐਵਰੇਜ ਫਿਕਸ ਕੋਸਟ ਟੱਚ ਨਹੀਂ ਕਰੇਗੀ। ਕਿਉਂ ਨਹੀਂ ਟੱਚ ਕਰੇਗੀ? ਕਿਉਂਕਿ ਫਿਕਸ ਕੋਸਟ ਕਦੇ ਜ਼ੀਰੋ ਹੋ ਨਹੀਂ ਸਕਦਾ। ਜੇ ਫਿਕਸ ਕੋਸਟ ਜ਼ੀਰੋ ਹੋਏਗਾ ਤਾਂ ਐਵਰੇਜ ਟੋਟਲ ਕੋਸਟ ਐਵਰੇਜ ਵੇਰੀਏਬਲ ਕੋਸਟ ਨੂੰ ਟੱਚ ਕਰੇਗੀ। ਤਾਂ ਗੈਪ ਲਗਾਤਾਰ ਘਟਦਾ ਜਾਏਗਾ, ਪਰੰਤੂ ਇੱਕ ਦੂਜੇ ਨੂੰ ਆਪਸ ਵਿੱਚ ਕਦੇ ਮਿਲਣਗੀਆਂ ਨਹੀਂ, ਅਤੇ ਮਾਰਜਨਲ ਕੋਸਟ ਜਿਹੜਾ ਹੈ ਹਮੇਸ਼ਾ ਹੀ ਐਵਰੇਜ ਟੋਟਲ ਕੋਸਟ ਨੂੰ ਸਭ ਤੋਂ ਹੇਠਲੇ ਬਿੰਦੂ ਤੋਂ ਕਰਦਾ ਹੋਇਆ ਉੱਪਰ ਨੂੰ ਜਾਏਗਾ। ਅਤੇ ਇੱਕ ਰਿਲੇਸ਼ਨਸ਼ਿਪ ਇਹਨਾਂ ਵਿੱਚ, ਇਹਦਾ ਮਾਰਜਨਲ ਕੋਸਟ ਦੀ ਸ਼ੇਪ ਹੈ ਜਿਹੜੀ ਕਿ ਯੂ ਸ਼ੇਪ ਹੈ, ਅਤੇ ਇਹਨਾਂ ਵਿੱਚ ਇੱਕ ਰਿਲੇਸ਼ਨਸ਼ਿਪ ਜਿਹੜਾ ਮਾਰਜਨਲ ਕੋਸਟ ਅਤੇ ਐਵਰੇਜ ਕੋਸਟ ਇਹ ਵੀ ਹੈ। ਪਹਿਲਾ ਪੁਆਇੰਟ ਇਹ ਹੈ ਕਿ ਜਦੋਂ ਉਤਪਾਦਨ 'ਚ ਅਸੀਂ ਵਾਧਾ ਕਰਦੇ ਹਾਂ ਤਾਂ ਉਸ ਲਾਗਤ ਵੀ ਘਟਦੀ ਹੈ, ਸੀਮਾਂਤ ਲਾਗਤ ਵੀ ਘਟਦੀ ਹੈ, ਪਰੰਤੂ ਸੀਮਾਂਤ ਲਾਗਤ ਵਿੱਚ ਜਿਹੜੀ ਘਟ ਹੈ ਜਾਂ ਕਮੀ ਹੈ ਉਹ ਐਵਰੇਜ ਕੋਸਟ ਦੇ ਨਾਲੋਂ ਜ਼ਿਆਦਾ ਹੁੰਦੀ ਹੈ। ਪਹਿਲਾ ਪੁਆਇੰਟ ਇਹ ਹੈ। ਦੂਸਰਾ ਇਹ ਹੈ ਕਿ ਜਦੋਂ ਉਸ ਲਾਗਤ ਵੱਧਦੀ ਹੈ ਤਾਂ ਸੀਮਾਂਤ ਲਾਗਤ ਵਿੱਚ ਵੀ ਵਾਧਾ ਹੁੰਦਾ ਹੈ, ਪਰੰਤੂ ਸੀਮਾਂਤ ਲਾਗਤ ਵਿੱਚ ਵਾਧਾ ਉਸ ਲਾਗਤ ਦੇ ਨਾਲੋਂ ਜ਼ਿਆਦਾ ਹੁੰਦਾ ਹੈ। ਤੀਸਰਾ ਜਿਹੜਾ ਰਿਲੇਸ਼ਨਸ਼ਿਪ ਹੈ ਕਿ ਸੀਮਾਂਤ ਲਾਗਤ ਉਸ ਲਾਗਤ ਨੂੰ ਸਭ ਤੋਂ ਹੇਠਲੇ ਬਿੰਦੂ ਤੋਂ ਸਭ ਤੋਂ ਨਿਊਨਤਮ ਬਿੰਦੂ ਤੋਂ ਘੱਟ। ਇਸ ਰਿਲੇਸ਼ਨਸ਼ਿਪ ਨੂੰ ਦੁਬਾਰਾ ਫਿਰ ਕਰਦੇ ਹਾਂ। ਉਤਪਾਦਨ ਵਿੱਚ ਵਾਧਾ ਕਰਨ ਨਾਲ ਸ਼ੁਰੂ ਵਿੱਚ ਔਸਤ ਲਾਗਤ ਅਤੇ ਸੀਮਾਂਤ ਲਾਗਤ ਦੋਨਾਂ ਵਿੱਚ ਕਮੀ ਹੁੰਦੀ ਹੈ, ਪਰੰਤੂ ਸੀਮਾਂਤ ਲਾਗਤ ਵਿੱਚ ਕਮੀ ਔਸਤ ਲਾਗਤ ਨਾਲੋਂ ਜ਼ਿਆਦਾ ਹੁੰਦੀ ਹੈ। ਜਦੋਂ ਉਤਪਾਦਨ ਇੱਕ ਸੀਮਾ ਤੋਂ ਵੱਧ ਅਸੀਂ ਕਰਦੇ ਹਾਂ, ਔਸਤ ਲਾਗਤ ਅਤੇ ਸੀਮਾਂਤ ਲਾਗਤ ਵਿੱਚ ਵਾਧਾ ਹੁੰਦਾ ਹੈ, ਪਰੰਤੂ ਸੀਮਾਂਤ ਲਾਗਤ ਵਿੱਚ ਵਾਧਾ ਔਸਤ ਲਾਗਤ ਦੇ ਨਾਲੋਂ ਜ਼ਿਆਦਾ ਹੁੰਦਾ ਹੈ। ਅਤੇ ਤੀਸਰਾ ਕਿ ਸੀਮਾਂਤ ਲਾਗਤ ਵਾਧਾ ਹਮੇਸ਼ਾ ਹੀ ਉਸ ਲਾਗਤ ਨੂੰ ਸਭ ਤੋਂ ਹੇਠਲੇ ਬਿੰਦੂ ਤੋਂ ਘੱਟ। ਇਹ ਇਹਨਾਂ ਦਾ ਰਿਲੇਸ਼ਨਸ਼ਿਪ ਹੈ ਸ਼ਾਰਟ ਰਨ ਐਵਰੇਜ ਕੋਸਟ ਦਾ। ਜੇ ਕੁਐਸਚਨ ਆਉਂਦਾ ਹੈ ਕਿ ਡਿਸਕਸ ਦਾ ਵੇਰੀਅਸ ਸ਼ਾਰਟ ਰਨ ਕੋਸਟ ਕਰਵਸ, ਤਾਂ ਕੰਸੈਪਟ ਆਫ ਕੋਸਟ ਕਰਵਸ, ਕੰਸੈਪਟ ਆਫ ਕੋਸਟ ਸਾਨੂੰ ਦੱਸਣ ਦੀ ਲੋੜ ਨਹੀਂ ਹੈ। ਤਾਂ ਸਿਰਫ ਅਸੀਂ ਕੋਸਟ ਕੀ ਹੁੰਦਾ ਹੈ, ਅਸੀਂ ਸਮੇਂ ਦੇ ਆਧਾਰ ਤੇ ਕੋਸਟ ਨੂੰ ਸ਼ਾਰਟ ਰਨ ਐਂਡ ਲੌਂਗ ਰਨ 'ਚ ਡਿਵਾਈਡ ਕਰ ਸਕਦੇ ਹਾਂ। ਫਿਰ ਅਸੀਂ ਸ਼ਾਰਟ ਰਨ 'ਚ ਫਿਕਸ ਕੋਸਟ, ਵੇਰੀਏਬਲ ਕੋਸਟ ਅਤੇ ਟੋਟਲ ਕੋਸਟ ਦੀ ਡੈਫੀਨੇਸ਼ਨ ਦੇ ਕੇ ਫਿਰ ਟੇਬਲ ਡਾਇਗਰਾਮ ਅਪ ਟੂ ਹੇਅਰ ਅਸੀਂ ਡਿਸਕਸ ਕਰਨਾ। ਹੁਣ ਅਸੀਂ ਡਿਸਕਸ ਕਰਦੇ ਹਾਂ ਲੌਂਗ ਰਨ ਕੋਸਟ ਕਰਵ। ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸਿਆ ਹੈ ਕਿ ਲੌਂਗ ਰਨ ਕੀ ਹੁੰਦਾ ਹੈ। ਲੌਂਗ ਰਨ ਉਹ ਹੁੰਦਾ ਉਹ ਸਮਾਂ ਜਿਸ ਦੇ ਵਿੱਚ ਉਤਪਾਦਨ ਦੇ ਸਾਰੇ ਸਾਧਨਾਂ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ, ਕਿਉਂਕਿ ਅਸੀਂ ਉਤਪਾਦਨ ਦੇ ਸਾਰੇ ਸਾਧਨਾਂ ਵਿੱਚ ਤਬਦੀਲੀ ਕਰ ਸਕਦੇ ਹਾਂ। ਲੌਂਗ ਰਨ 'ਚ ਕੋਈ ਵੀ ਉਤਪਾਦਨ ਦਾ ਸਾਧਨ ਜਾਂ ਕੋਈ ਵੀ ਇਨਪੁਟ, ਕੋਈ ਵੀ ਆਦਾਨ ਉਹ ਸਥਿਰ ਨਹੀਂ ਹੁੰਦਾ। ਅਸੀਂ ਉਤਪਾਦਨ ਦੇ ਪੈਮਾਨੇ ਦੇ ਮੁਤਾਬਕ ਸਾਧਨਾਂ ਵਿੱਚ ਤਬਦੀਲੀ ਕਰ ਸਕਦੇ ਹਾਂ। ਤਾਂ ਇਸ ਲਈ ਲੌਂਗ ਰਨ ਦੇ ਵਿੱਚ ਕੋਈ ਵੀ ਜਿਹੜੀ ਲਾਗਤ ਹੈ ਉਹ ਸ਼ਾਰਟ ਰਨ ਦੀ ਲਾਗਤ ਦੇ ਤੋਂ ਜ਼ਿਆਦਾ ਨਹੀਂ ਹੋ ਸਕਦੀ, ਕਿਉਂਕਿ ਜੇ ਲਾਗਤ ਜ਼ਿਆਦਾ ਹੋਏਗੀ ਅਸੀਂ ਉਤਪਾਦਨ ਦੇ ਮੀਨਸ ਜਿਹੜਾ ਉਦਮੀ ਹੈ ਉਹ ਜਾਂ ਜਿਹੜਾ ਉਤਪਾਦਕ ਹੈ ਉਹ ਆਪਣੇ ਪੈਮਾਨੇ ਵਿੱਚ ਇਸ ਤਰ੍ਹਾਂ ਤਬਦੀਲੀ ਕਰੇਗਾ
ਕਿ ਉਸ ਦੀ ਲਾਗਤ ਜਿਹੜੀ ਆ ਉਹ ਮੌਜੂਦਾ ਹਾਲਾਤ ਦੇ ਵਿੱਚ ਜਾਂ ਵਰਤਮਾਨ ਹਾਲਾਤ ਦੇ ਵਿੱਚ ਨਿਊਨਤਮ ਹੋ ਜਾਵੇ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਸ ਡਾਇਗਰਾਮ ਦੇ ਵਿੱਚ 10.11 ਦੇ ਡਾਇਗਰਾਮ ਦੇ ਵਿੱਚ SATC showed an average total cost curve of plant A. SATCB showed an average total cost of plant B. SACTCC ਦਾ ਮਤਲਬ showed an average total cost of plant 3. ਇਹ curves ਨੇ। ਮਤਲਬ ਜੇ ਅਸੀਂ plant A, plant B, plant C ਤੇ ਉਤਪਾਦਨ ਕਰਦੇ ਹਾਂ ਥੋੜੇ ਸਮੇਂ ਦੇ ਵਿੱਚ, ਤਾਂ ਉਹਨਾਂ ਦੀਆਂ ਉਸ ਲਾਗਤ ਵਕਰ ਜਿਹੜੀ ਹੈ ਉਹ A, B ਅਤੇ C। ਜਦੋਂ ਅਸੀਂ ਲੌਂਗ ਰਨ ਐਵਰੇਜ ਬਣਾਉਂਦੇ ਹਾਂ, ਲੌਂਗ ਰਨ ਐਵਰੇਜ ਕੋਸਟ ਕਰਵ ਬਣਾਉਂਦੇ ਹਾਂ, ਤਾਂ ਉਹ SATC ਦੇ ਜਿਹੜਾ ਡਾਊਨਵਰਡ ਸਲੋਪਿੰਗ ਹੈ, ਨੀਚੇ ਵੱਲ ਨੂੰ ਜਿਨ੍ਹਾਂ ਦੀ ਢਲਾਨ ਹੈ ਕਰਵ ਦੀ, ਉਸ ਨੂੰ L ਬਿੰਦੂ ਤੇ ਟੱਚ ਕਰਦਾ ਹੈ ਅਤੇ B ਪਲਾਂਟ ਦੇ ਮਿਨੀਮਮ ਪੁਆਇੰਟ ਨੂੰ ਟੱਚ ਕਰਦਾ ਅਤੇ C ਪਲਾਂਟ ਦੀ ਜਿਹੜੀ ਕਰਵ ਹੈ SATC ਦੀ ਜਿਹੜੀ ਰਾਈਜ਼ਿੰਗ ਪੋਰਸ਼ਨ ਹੈ ਉਸ ਦੇ ਪੁਆਇੰਟ ਨੂੰ ਟੱਚ ਕਰਦਾ ਹੋਇਆ M ਬਿੰਦੂ ਤੇ ਕਰਵ ਜਾਂਦੀ ਹੈ। ਅਸੀਂ ਦੇਖਦੇ ਹਾਂ ਕਿ ਜਿਹੜੀ ਲੌਂਗ ਰਨ ਐਵਰੇਜ ਕੋਸਟ ਕਰਵ ਹੈ ਇਹ ਵੀ ਅੰਗਰੇਜ਼ੀ ਲੈਟਰ, ਇੰਗਲਿਸ਼ ਲੈਟਰ, ਇੰਗਲਿਸ਼ ਅਲਫਾਬੈਟ U ਦੀ ਤਰ੍ਹਾਂ ਹੀ ਲੱਗਦੀ ਹੈ, ਲੇਕਿਨ ਅਲਪਕਾਲ ਜਿਹੜੀ ਥੋੜੇ ਸਮੇਂ ਦੀ ਜਿਹੜੀ ਉਸ ਲਾਗਤ ਵਕਰ ਹੈ ਉਹਦੇ ਨਾਲੋਂ ਜ਼ਿਆਦਾ ਚਪਟੀ ਹੈ, ਜ਼ਿਆਦਾ ਫਲੈਟਰ ਹੈ। ਇਸ ਕਰਵ ਨੂੰ ਅਸੀਂ ਐਨਵੈਲਪ ਆਫ ਸ਼ੋਰਟ ਰਨ ਐਵਰੇਜ ਟੋਟਲ ਕੋਸਟ ਵੀ ਕਹਿੰਦੇ। ਐਨਵੈਲਪ ਮੈਨੇ ਲਿਫਾਫਾ। ਇਹ ਐਵਰੇਜ ਟੋਟਲ ਕੋਸਟ ਜਿੰਨੇ ਵੀ ਕਰਵਸ ਨੇ ਉਹਨਾਂ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ, ਆਪਣੇ ਵਿੱਚ ਸਮੇਟ ਲੈਂਦਾ ਹੈ। ਤਾਂ ਕਿਸੇ ਵੀ ਉਤਪਾਦਨ ਦੇ ਪੱਧਰ ਦੇ ਉੱਤੇ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਜੇ ਅਸੀਂ OQ1 ਉਤਪਾਦਨ ਕਰਦੇ ਹਾਂ ਤਾਂ ਥੋੜੇ ਸਮੇਂ ਦੇ ਵਿੱਚ ਲਾਗਤ ਜ਼ਿਆਦਾ ਹੁੰਦੀ ਹੈ ਅਤੇ ਲੌਂਗ ਰਨ ਦੇ ਵਿੱਚ ਉਤਪਾਦਨ ਜਿਹੜੀ ਆ ਉਹ ਲਾਗਤ ਜਿਹੜੀ ਆ ਉਹ ਘੱਟ ਹੁੰਦੀ ਹੈ। ਤਾਂ ਜਦੋਂ ਅਸੀਂ OQ1 ਤੋਂ OQ2 ਉਤਪਾਦਨ ਕਰਦੇ ਹਾਂ, ਉਤਪਾਦਨ ਵਿੱਚ ਵਾਧਾ ਕਰਦੇ ਹਾਂ, ਜੇ ਉਤਪਾਦਕ ਪਲਾਂਟ 1 ਤੇ ਹੀ, ਪਲਾਂਟ A ਤੇ ਹੀ ਉਤਪਾਦਨ ਕਰਦਾ ਹੈ ਤਾਂ ਲਾਗਤ ਦੇ ਵਿੱਚ ਵਾਧਾ ਹੁੰਦਾ ਹੈ। ਲੇਕਿਨ ਜੇ ਉਹ ਪਲਾਂਟ 2 ਤੇ ਸ਼ਿਫਟ ਕਰਦਾ, ਪਲਾਂਟ B ਤੇ ਸ਼ਿਫਟ ਕਰਦਾ ਹੈ ਤਾਂ ਲਾਗਤ ਜਿਹੜੀ ਆ ਉਹ ਘੱਟ ਜਾਂਦੀ ਹੈ। ਲੇਕਿਨ ਲੌਂਗ ਰਨ ਦੇ ਵਿੱਚ ਜਿਹੜੀ ਲਾਗਤ ਹੈ ਉਹ ਪਲਾਂਟ 2 ਨਾਲੋਂ ਵੀ ਘੱਟ ਜਾਂਦੀ ਹੈ। ਤਾਂ ਲੌਂਗ ਰਨ ਦੇ ਵਿੱਚ ਕਿਉਂਕਿ ਕੋਈ ਵੀ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਹੈ ਉਹ ਸਥਿਰ ਨਹੀਂ ਹੈ, ਤਾਂ ਉਤਪਾਦਨ ਦੇ ਅਕੋਰਡਿੰਗਲੀ ਅਸੀਂ ਲਾਗਤ ਦੇ ਵਿੱਚ ਜਾਂ ਪਲਾਂਟ ਦੇ ਵਿੱਚ, ਪਲਾਂਟ ਦੀ ਸਾਈਜ਼ ਦੇ ਵਿੱਚ ਜਾਂ ਇਨਪੁਟ ਵਿੱਚ ਚੇਂਜਸ ਇਸ ਤਰ੍ਹਾਂ ਕਰਦੇ ਹਾਂ ਕਿ ਲੌਂਗ ਰਨ ਦੇ ਵਿੱਚ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਹੈ ਉਹ ਕੀ ਹੈ, ਮਿਨੀਮਮ ਹੋ ਜਾਏ। ਅਤੇ ਲੌਂਗ ਪੀਰੀਅਡ ਇਕਨੋਮਿਕ ਐਫੀਸ਼ੀਐਂਸੀ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਲੌਂਗ ਰਨ ਦੇ ਵਿੱਚ ਜਿਹੜੀ ਹੈ ਉਹ ਐਫੀਸ਼ੀਐਂਸੀ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ। ਜੇ ਉਤਪਾਦਨ ਅਸੀਂ OQ1 ਤੋਂ ਵਧਾ ਕੇ OQ2 ਕਰਦੇ ਹਾਂ ਤਾਂ ਜਾਂ Q3 ਤੋਂ ਵਧਾ ਕੇ Q4 ਕਰਦੇ ਹਾਂ ਤਾਂ ਐਫੀਸ਼ੀਐਂਸੀ ਜਿਹੜੀ ਹੈ ਲੌਂਗ ਰਨ ਦੇ ਵਿੱਚ ਪਲਾਂਟ ਦੀ ਕੀ ਹੈ ਵੱਧਦੀ ਹੈ ਅਤੇ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਹੈ ਉਹ ਕੀ ਹੈ, ਮਿਨੀਮਮ ਹੋ ਜਾਂਦੀ ਹੈ। ਅਤੇ ਜੇ ਅਸੀਂ ਲੌਂਗ ਰਨ ਐਵਰੇਜ ਕੋਸਟ ਕਰਵ ਅਤੇ ਲੌਂਗ ਰਨ ਮਾਰਜਨਲ ਕੋਸਟ ਕਰਵ ਦਾ ਰਿਲੇਸ਼ਨਸ਼ਿਪ ਦੇਖਦੇ ਹਾਂ ਤਾਂ ਲੌਂਗ ਰਨ ਐਵਰੇਜ ਕੋਸਟ ਕਰਵ ਅਤੇ ਲੌਂਗ ਰਨ ਮਾਰਜਨਲ ਕੋਸਟ ਕਰਵ ਦਾ ਰਿਲੇਸ਼ਨਸ਼ਿਪ ਵੀ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਸ਼ੋਰਟ ਰਨ ਐਵਰੇਜ ਕੋਸਟ ਕਰਵ ਅਤੇ ਸ਼ੋਰਟ ਰਨ ਮਾਰਜਨਲ ਕੋਸਟ ਕਰਵ ਦਾ ਰਿਲੇਸ਼ਨਸ਼ਿਪ। ਕਿ ਉਤਪਾਦਨ ਵਿੱਚ ਵਾਧਾ ਕਰਨ ਨਾਲ ਸ਼ੁਰੂ ਵਿੱਚ ਐਵਰੇਜ ਕੋਸਟ ਅਤੇ ਮਾਰਜਨਲ ਕੋਸਟ ਦੋਨੋਂ ਘਟਦੀਆਂ ਨੇ ਲੌਂਗ ਰਨ 'ਚ। ਮਾਰਜਨ ਕੋਸਟ ਵਿੱਚ ਘਾਟਾ ਐਵਰੇਜ ਕੋਸਟ ਨਾਲੋਂ ਜ਼ਿਆਦਾ ਹੁੰਦਾ ਹੈ ਅਤੇ ਫਿਰ ਜਿਹੜੀ ਲੌਂਗ ਰਨ ਮਾਰਜਨਲ ਕੋਸਟ ਹੈ ਉਹ ਲੌਂਗ ਰਨ ਐਵਰੇਜ ਕੋਸਟ ਨੂੰ ਸਭ ਤੋਂ ਹੇਠਲੇ ਬਿੰਦੂ ਤੋਂ ਘਟਦੀ ਹੈ ਅਤੇ ਇੱਕ ਸਥਿਤੀ ਤੋਂ ਬਾਅਦ, ਇੱਕ ਸਟੇਜ ਤੋਂ ਬਾਅਦ, ਇੱਕ ਸੀਮਾ ਤੋਂ ਬਾਅਦ ਜਦੋਂ ਉਤਪਾਦਨ ਵਿੱਚ ਵਾਧਾ ਕੀਤਾ ਜਾਂਦਾ ਹੈ ਤਾਂ ਐਵਰੇਜ ਕੋਸਟ ਅਤੇ ਮਾਰਜਨ ਕੋਸਟ ਦੋਨਾਂ ਵਿੱਚ ਵਾਧਾ ਹੁੰਦਾ ਹੈ, ਪਰ ਲੌਂਗ ਰਨ ਮਾਰਜਨ ਕੋਸਟ ਵਿੱਚ ਵਾਧਾ
ਲੌਂਗ ਰਨ ਐਵਰੇਜ ਕੋਸਟ ਵਿੱਚ ਵਾਧੇ ਨਾਲੋਂ ਕੀ ਹੈ ਜ਼ਿਆਦਾ ਹੈ। ਇਸ ਦੇ ਵਿੱਚ ਡਾਇਗ੍ਰਾਮ ਵਿੱਚ LAC ਲੌਂਗ ਰਨ ਐਵਰੇਜ ਕੋਸਟ ਕਰਵ ਜਾਂ ਦੀਰਘਕਾਲੀਨ ਔਸਤ ਲਾਗਤ ਵਕਰ ਅਤੇ LMC ਜਿਹੜੀ ਹੈ ਦੀਰਘਕਾਲੀਨ ਸੀਮਾਂਤ ਲਾਗਤ ਵਕਰ ਨੂੰ ਦਰਸਾਉਂਦੀ ਹੈ ਅਤੇ SATC ਥੋੜੇ ਸਮੇਂ ਦੀ ਜਾਂ ਅਲਪਕਾਲੀਨ ਔਸਤ ਲਾਗਤ ਵਕਰ ਅਤੇ SMC ਅਲਪਕਾਲੀਨ ਸੀਮਾਂਤ ਲਾਗਤ ਵਕਰ ਨੂੰ ਦਰਸਾਉਂਦੀ ਹੈ। ਅਤੇ ਅਸੀਂ ਦੇਖਦੇ ਹਾਂ ਕਿ SACTC ਨਾਲੋਂ LAC ਕੀ ਹੈ ਘੱਟ ਹੈ, ਇसी तरह SMC ਨਾਲੋਂ ਵੀ LMC ਕੀ ਹੈ ਘੱਟ ਹੈ। ਜਦੋਂ ਉਤਪਾਦਨ ਇੱਕ ਸਥਿਤੀ ਤੋਂ ਬਾਅਦ ਵਧਾਉਂਦੇ ਹਾਂ ਤਾਂ LMC ਜਿਹੜੀ ਹੈ SMC ਦੇ ਨਾਲੋਂ ਘੱਟ ਹੈ। ਸਾਡੇ ਕੋਲ ਰਿਲੇਸ਼ਨਸ਼ਿਪ ਹੈ ਬਿਟਵੀਨ ਲੌਂਗ ਰਨ ਮਾਰਜਨ ਕੋਸਟ ਕਰਵ ਐਂਡ ਸ਼ਾਰਟ ਰਨ ਮਾਰਜਨ ਕੋਸਟ ਕਰਵ। ਤਾਂ ਅਸੀਂ ਜਿਸ ਤਰ੍ਹਾਂ ਰਿਲੇਸ਼ਨਸ਼ਿਪ ਲੌਂਗ ਰਨ ਐਵਰੇਜ ਕੋਸਟ ਕਰਵ ਅਤੇ ਲੌਂਗ ਰਨ ਐਵਰੇਜ ਕੋਸਟ ਕਰਵ ਅਤੇ ਸ਼ਾਰਟ ਰਨ ਐਵਰੇਜ ਕੋਸਟ ਕਰਵ ਦਾ ਰਿਲੇਸ਼ਨਸ਼ਿਪ ਦੇਖਿਆ ਸੀਗਾ, ਉਸੇ ਤਰ੍ਹਾਂ ਆਪਾਂ ਦੱਸਿਆ ਸੀਗਾ ਕਿ ਲੌਂਗ ਰਨ ਐਵਰੇਜ ਕੋਸਟ ਕਰਵ ਜਿਹੜੀ ਹੈ ਉਹ ਇੱਕ ਲਿਫਾਫੇ ਦੇ ਰੂਪ ਵਿੱਚ ਕੰਮ ਕਰਦੀ ਹੈ, ਇੱਕ ਐਨਵੈਲਪ ਹੈ ਸ਼ਾਰਟ ਰਨ ਐਵਰੇਜ ਕੋਸਟ ਕਰਵ। ਇਸੇ ਤਰ੍ਹਾਂ ਜੇ ਅਸੀਂ ਸ਼ਾਰਟ ਰਨ ਐਵਰੇਜ ਕੋਸਟ ਕਰਵ ਅਤੇ ਲੌਂਗ ਰਨ ਸ਼ਾਰਟ ਰਨ ਮਾਰਜਨ ਕੋਸਟ ਕਰਵ ਦਾ ਰਿਲੇਸ਼ਨਸ਼ਿਪ ਦੇਖਦੇ ਹਾਂ SAC ਅਤੇ SMC ਜਿਹੜੇ ਨੇ ਉਹ ਅਸੀਂ ਦੇਖਦੇ ਹਾਂ ਤਾਂ ਜਿੱਥੇ ਇਹ ਕਰਵ SAC ਅਤੇ SMC ਇੱਕ ਦੂਜੇ ਨੂੰ ਕੱਟ ਰਹੇ ਨੇ, ਅਸੀਂ ਉਹਨਾਂ ਪੁਆਇੰਟਸ ਨੂੰ ਨੀਚੇ ਅਸੀਂ 10.14 ਦੇ ਵਿੱਚ ਲਿਖਿਆ ਹੈ ਕਿ ਇਕੁਐਲਿਟੀ ਆਫ SMC ਐਂਡ LMC ਔਨ ਦਾ ਯੂਜ਼ ਆਫ ਓਪਟੀਮਮ ਸਾਈਜ਼ ਪਲਾਂਟ। ਅਸੀਂ ਜਦੋਂ ਓਪਟੀਮਮ ਪਲਾਂਟ ਸਾਈਜ਼ ਨੂੰ ਯੂਜ਼ ਕਰਦੇ ਹਾਂ ਤਾਂ ਉੱਥੇ SMC ਜਿਹੜੀ ਹੈ LMC ਦੇ ਕੀ ਹੁੰਦੀ ਹੈ ਬਰਾਬਰ ਹੁੰਦੀ ਹੈ। ਜਿੱਥੇ LMC LAC ਨੂੰ ਨੀਚੇ ਤੋਂ ਕੱਟ ਰਹੀ ਹੈ ਉੱਥੇ ਸ਼ਾਰਟ ਰਨ ਮਾਰਜਨ ਕੋਸਟ ਕਰਵ ਵੀ ਕੀ ਹੋਏਗੀ ਮਿਨੀਮਮ ਹੋਏਗੀ। ਅਸੀਂ ਅੱਜ ਇੰਨਾ ਕੀ ਕਰਨਾ ਸੀਗਾ, ਸ਼ਾਰਟ ਰਨ ਐਵਰੇਜ ਕੋਸਟ ਕਰਵ ਐਂਡ ਲੌਂਗ ਰਨ ਐਵਰੇਜ ਕੋਸਟ ਕਰਵ ਜਾਂ ਸ਼ਾਰਟ ਰਨ ਕੋਸਟ ਕਰਵਸ ਐਂਡ ਲੌਂਗ ਰਨ ਕੋਸਟ ਕਰਵਸ। ਹੁਣ ਅਸੀਂ 5-7 ਮਿੰਟ ਦੇ ਵਿੱਚ ਇਹਨਾਂ ਨੂੰ ਰਿਵਾਈਜ਼ ਕਰ ਲੈਂਦੇ ਹਾਂ। ਸ਼ੁਰੂ ਵਿੱਚ ਅਸੀਂ ਕੰਸੈਪਟ ਆਫ ਕੋਸਟ ਕੀਤੇ। ਇੱਕ ਫਰਮ ਜਿਹੜੀ ਹੈ ਜੋ ਕਿਸੇ ਵੀ ਵਸਤੂ ਦਾ ਉਤਪਾਦਨ ਕਰਨ ਤੇ ਖਰਚ ਕਰਦੀ ਹੈ ਉਸ ਨੂੰ ਅਸੀਂ ਪ੍ਰਾਈਵੇਟ ਕੋਸਟ ਕਹਿੰਦੇ ਹਾਂ। ਇਸ 'ਚ ਇੰਪਲੀਸਿਟ ਅਤੇ ਐਕਸਪਲਿਸਿਟ ਕੋਸਟ ਦੋਨੋਂ ਆ ਰਹੇ ਅਤੇ ਸੋਸ਼ਲ ਕੋਸਟ ਕਿਸੇ ਵਸਤੂ ਦਾ ਉਤਪਾਦਨ ਕਰਨ ਦੇ ਲਈ ਸਮਾਨ ਜਿਹੜੀ ਕੀਮਤ ਦੇਣੀ ਪੈਂਦੀ ਹੈ ਪੋਲਿਊਸ਼ਨ ਦੇ ਰੂਪ ਵਿੱਚ। ਪੋਲਿਊਸ਼ਨ ਦੀ ਕੋਈ ਵੀ ਰੂਪ ਹੋ ਸਕਦੀ ਹੈ, ਉਸ ਨੂੰ ਅਸੀਂ ਸੋਸ਼ਲ ਕੋਸਟ ਕਹਿ ਦਿੰਦੇ ਹਾਂ। ਮਨੀ ਕੋਸਟ ਕਿਸੇ ਵਸਤੂ ਦਾ ਉਤਪਾਦਨ ਕਰਨ ਤੇ ਜੋ ਮੁਦਰਾ ਦੇ ਰੂਪ ਵਿੱਚ ਖਰਚ ਕੀਤਾ ਜਾਂਦਾ ਹੈ ਉਸ ਦੇ ਜੋੜ ਨੂੰ ਅਸੀਂ ਮੌਦਰਿਕ ਲਾਗਤ ਕਹਿ ਦਿੰਦੇ ਹਾਂ। ਇਹ ਦੋ ਤਰ੍ਹਾਂ ਦੀ ਐਕਸਪਲਿਸਿਟ ਅਤੇ ਇੰਪਲੀਸਿਟ ਕੋਸਟ ਹੁੰਦੀ ਹੈ। ਉਤਪਾਦਨ ਕਰਨ ਦੇ ਲਈ ਬਾਹਰੀ ਸਾਧਨਾਂ ਤੇ ਜਿਹੜਾ ਅਸੀਂ ਖਰਚ ਕਰਦੇ ਹਾਂ ਐਕਸਪਲਿਸਿਟ। ਉਤਪਾਦਕ ਜਿਹੜੀਆਂ ਲਾਗਤਾਂ ਆਪਣੇ ਆਪ ਨੂੰ ਅਦਾ ਕਰਦਾ ਹੈ, ਆਪਣੇ ਆਪ ਨੂੰ ਜਿਨ੍ਹਾਂ ਦਾ ਭੁਗਤਾਨ ਕਰਦਾ ਹੈ, ਉਹਨਾਂ ਨੂੰ ਇੰਪਲੀਸਿਟ ਕੋਸਟ। ਅਤੇ ਕਿਸੇ ਵਸਤੂ ਦਾ ਉਤਪਾਦਨ ਕਰਨ ਦੇ ਲਈ ਜਿਹੜੀ ਐਫਰਟਸ ਅਸੀਂ ਕਰਦੇ ਹਾਂ, ਜਿਹੜਾ ਅਸੀਂ ਤਿਆਗ ਕਰਦੇ ਹਾਂ, ਜਿਹੜੀਆਂ ਪੇਨਸ ਅਸੀਂ ਲੈਂਦੇ ਹਾਂ, ਉਹਨੂੰ ਅਸੀਂ ਵਾਸਤਵਿਕ ਲਾਗਤ ਕਹਿੰਦੇ ਹਾਂ। ਅਤੇ ਸੰਕ ਕੋਸਟ ਕੀ ਹੁੰਦਾ, ਲੋਸਟ ਕੋਸਟ ਕਹਿ ਸਕਦੇ ਹਾਂ ਕਿ ਜਿਹੜੀ ਲਾਗਤ ਅਸੀਂ ਕਰ ਚੁੱਕੇ ਹਾਂ ਕਿਸੇ ਵਸਤੂ ਦਾ ਉਤਪਾਦਨ ਕਰਨ ਦੇ ਲਈ ਪਰ ਅਸੀਂ ਉਸ ਨੂੰ ਦੁਬਾਰਾ ਹਾਸਲ ਨਹੀਂ ਕਰ ਸਕਦੇ, ਰਿਕਵਰ ਨਹੀਂ ਕਰ ਸਕਦੇ। ਸੰਕ ਕੋਸਟ। ਇਨਕਰੀਮੈਂਟਲ ਕੋਸਟ ਕੀ ਹੋਗੀ ਕਿ ਕਿਸੇ ਵਸਤੂ ਦੇ ਉਤਪਾਦਨ ਵਿੱਚ ਵਾਧਾ ਕਰਨ ਦੇ ਨਾਲ ਕੁੱਲ ਲਾਗਤ ਵਿੱਚ ਜਿਹੜੀ ਤਬਦੀਲੀ ਹੁੰਦੀ ਹੈ ਉਹ ਇਨਕਰੀਮੈਂਟਲ ਕੋਸਟ। ਤਾਂ ਇਕਨੋਮਿਕ ਕੋਸਟ ਕੀ ਹੋਗੀ, ਅਕਾਊਂਟਿੰਗ ਕੋਸਟ ਪਲੱਸ ਅਪੋਰਚੁਨਿਟੀ ਕੋਸਟ ਦਾ ਜਿਹੜਾ ਜੋੜ ਹੈ
ਉਸ ਨੂੰ ਅਸੀਂ ਇਕਨੋਮਿਕ ਕੋਸਟ ਜਾਂ ਆਰਥਿਕ ਲਾਗਤ ਕਹਿ ਦਿੰਦੇ ਹਾਂ। ਅਤੇ ਜਿਹੜੀ ਅਕਾਊਂਟਿੰਗ ਕੋਸਟ ਹੈ, ਅਕਾਊਂਟਿੰਗ ਕੋਸਟ ਉਹ ਹੁੰਦੀ ਹੈ ਜਿਹੜੀ ਕਿ ਫੈਕਟ ਅਤੇ ਨੋਨ ਫੈਕਟ ਇਨਪੁਟਸ ਨੂੰ, ਮਤਲਬ ਸਾਧਨ ਅਤੇ ਗੈਰ ਸਾਧਨ ਸਾਧਨ ਦੇ ਜਿਹੜੇ ਆਦਾਨ ਤੇ ਅਸੀਂ ਖਰਚ ਕਰਦੇ ਹਾਂ, ਨਕਦੀ ਰੂਪ ਵਿੱਚ ਡੈਪਰੀਸ਼ੀਏਸ਼ਨ ਤੇ ਖਰਚ ਕਰਦੇ ਹਾਂ, ਜਾਂ ਬੁੱਕ ਕੀਪਿੰਗ ਐਂਟਰੀਜ਼ ਤੇ ਜਿਹੜਾ ਅਸੀਂ ਕੈਸ਼ ਪੇਮੈਂਟ ਕਰਦੇ ਹਾਂ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਅਕਾਊਂਟਿੰਗ ਕੋਸਟ। ਫਿਰ ਜਿਹੜੀ ਹੈ ਹਿਸਟੋਰੀਕਲ ਕੋਸਟ। ਹਿਸਟੋਰੀਕਲ ਕੋਸਟ ਕੀ ਹੈ? ਕਿਸੇ ਐਸਟ ਨੂੰ, ਕਿਸੇ ਪਰਿਸੰਪਤੀ ਨੂੰ ਪ੍ਰਾਪਤ ਕਰਨ ਤੇ ਜਿਹੜਾ ਅਸੀਂ ਐਕਚੁਅਲ ਰੂਪ ਦੇ ਵਿੱਚ, ਵਾਸਤਵਿਕ ਰੂਪ ਦੇ ਵਿੱਚ ਜਿਹੜਾ ਖਰਚ ਕਰਦੇ ਹਾਂ, ਉਸ ਨੂੰ ਹਿਸਟੋਰੀਕਲ ਕੋਸਟ। ਅਤੇ ਰਿਪਲੇਸਮੈਂਟ ਕੋਸਟ ਕੀ ਹੈ? ਕਿ ਕਿਸੇ ਵੀ ਮਸ਼ੀਨ ਨੂੰ ਰਿਪਲੇਸ ਕਰਨ ਦੇ ਲਈ, ਰਿਪਲੇਸ ਕਰਕੇ ਦੂਸਰੀ ਮਸ਼ੀਨ ਜਿਹੜੀ ਅਸੀਂ ਲੈ ਕੇ ਆਉਂਦੇ ਹਾਂ, ਉਸ ਦੀ ਜਿਹੜੀ ਲਾਗਤ ਹੁੰਦੀ ਹੈ ਉਸ ਨੂੰ ਰਿਪਲੇਸਮੈਂਟ ਕੋਸਟ ਕਿਹਾ ਜਾਂਦਾ ਹੈ। ਤਾਂ ਸਮੇਂ ਦੇ ਆਧਾਰ ਤੇ ਅਸੀਂ ਲਾਗਤ ਨੂੰ ਸ਼ਾਰਟ ਰਨ ਅਤੇ ਲੌਂਗ ਰਨ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਤਾਂ ਸ਼ਾਰਟ ਰਨ ਦੇ ਵਿੱਚ ਲਾਗਤ ਨੂੰ ਦੋ ਹਿੱਸਿਆਂ ਵਿੱਚ ਸਥਿਰ ਅਤੇ ਪਰਿਵਰਤਨਸ਼ੀਲ ਲਾਗਤ 'ਚ ਵੰਡਿਆ ਜਾ ਸਕਦਾ ਹੈ। ਸਥਿਰ ਲਾਗਤ ਉਹ ਹੁੰਦੀ ਹੈ ਕਿ ਉਤਪਾਦਨ ਵਿੱਚ ਤਬਦੀਲੀ ਕਰਨ ਨਾਲ ਜਿਹੜੀ ਲਾਗਤ ਤਬਦੀਲ ਨਾ ਹੋਵੇ, ਅਤੇ ਉਤਪਾਦਨ ਦੇ ਵਿੱਚ ਤਬਦੀਲੀ ਕਰਨ ਨਾਲ ਜਿਹੜੀ ਲਾਗਤ ਤਬਦੀਲ ਹੋ ਜਾਵੇ, ਪਰਿਵਰਤਿਤ ਹੋ ਜਾਵੇ, ਉਸ ਨੂੰ ਅਸੀਂ ਪਰਿਵਰਤਨਸ਼ੀਲ ਲਾਗਤ ਕਹਿ ਦਿੰਦੇ ਹਾਂ। ਤਾਂ ਸਥਿਰ ਲਾਗਤ ਅਤੇ ਪਰਿਵਰਤਨਸ਼ੀਲ ਲਾਗਤ ਦੋਨਾਂ ਨੂੰ ਜੋੜ ਕੇ ਜਿਹੜੀ ਲਾਗਤ ਬਣਦੀ ਹੈ ਉਸ ਨੂੰ ਅਸੀਂ ਕੁੱਲ ਲਾਗਤ ਕਹਿ ਦਿੰਦੇ ਹਾਂ। ਤਾਂ ਇਸ ਟੇਬਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਫਿਕਸ ਕੋਸਟ ਜਿਹੜੀ ਹੈ ਉਹ ਕੌਂਸਟੈਂਟ ਹੈ। ਵੇਰੀਏਬਲ ਕੋਸਟ ਉਤਪਾਦਨ ਵਧਾਉਣ ਦੇ ਨਾਲ ਪਹਿਲਾਂ ਘਟਦੀ ਦਰ ਨਾਲ ਵੱਧਦੀ ਹੈ, ਅਤੇ ਇੱਕ ਸਟੇਜ ਤੋਂ ਬਾਅਦ ਇਹ ਲਾਗਤ ਜਿਹੜੀ ਹੈ ਵੱਧਦੀ ਦਰ ਨਾਲ ਵੱਧਦੀ ਹੈ। ਅਤੇ ਵੇਰੀਏਬਲ ਕੋਸਟ ਅਤੇ ਫਿਕਸ ਕੋਸਟ ਦੋਨਾਂ ਦਾ ਟੋਟਲ ਜੇ ਕਰ ਲਈਏ, ਜਮ੍ਹਾਂ ਕਰ ਲਈਏ, ਤਾਂ ਇਹ ਬਣ ਜਾਂਦੀ ਹੈ ਟੋਟਲ ਕੋਸਟ, ਕੁੱਲ ਲਾਗਤ। ਇਹ ਕੁੱਲ ਸਥਿਰ ਲਾਗਤ ਹੈ ਕਿ ਉਤਪਾਦਨ ਘਟਾਈਏ ਚਾਹੇ ਵਧਾਈਏ, ਚਾਹੇ ਕਿਸੇ ਵਸਤੂ ਦਾ ਉਤਪਾਦਨ ਨਾ ਵੀ ਕਰੀਏ, ਤਾਂ ਵੀ ਸਥਿਰ ਲਾਗਤ ਜਿਹੜੀ ਹੈ ਉਹ ਕੌਂਸਟੈਂਟ ਰਹੇਗੀ, 240 ਰਹੇਗੀ। ਅਤੇ ਵੇਰੀਏਬਲ ਕੋਸਟ ਜਿਹੜੀ ਹੈ ਪੁਆਇੰਟ ਆਫ ਓਰੀਜਨ ਤੋਂ ਸ਼ੁਰੂ ਹੋ ਕੇ ਪਹਿਲਾਂ ਘਟਦੀ ਦਰ ਨਾਲ ਅਤੇ ਫਿਰ ਵੱਧਦੀ ਦਰ ਨਾਲ ਕੀ ਹੈ ਵੱਧਦੀ। ਅਤੇ ਇਹ ਟੋਟਲ ਕੋਸਟ ਹੈ ਜਿਹੜੀ ਕਿ ਪੁਆਇੰਟ ਆਫ ਓਰੀਜਨ ਤੋਂ ਸ਼ੁਰੂ ਨਹੀਂ ਹੁੰਦੀ। ਅਤੇ ਇਹ ਫਿਕਸ ਕੋਸਟ, ਵੇਰੀਏਬਲ ਕੋਸਟ ਅਤੇ ਟੋਟਲ ਕੋਸਟ ਦਾ ਰਿਲੇਸ਼ਨਸ਼ਿਪ ਸ਼ੋ ਹੁੰਦਾ ਹੈ। ਜਦੋਂ ਉਹ ਕਿਉ ਇਕਾਈਆਂ ਦਾ ਉਤਪਾਦਨ ਕਰਦੇ ਹਾਂ ਤਾਂ ਟੋਟਲ ਕੋਸਟ ਜਿਹੜੀ ਹੈ ਉਹ ਜੀ ਕਿਉ, ਅਤੇ ਇਸ ਦੇ ਵਿੱਚ ਜਿਹੜੀ ਵੇਰੀਏਬਲ ਕੋਸਟ ਹੈ ਉਹ ਜੀ ਐਮ, ਅਤੇ ਫਿਕਸ ਕੋਸਟ ਕੀ ਹੈ ਐਮ ਕਿਉ। ਜਦੋਂ ਉਤਪਾਦਨ ਵਿੱਚ ਵਾਧਾ ਕਿਉ ਤੋਂ ਉਹ ਆਰ ਤੱਕ ਕਰ ਦਿੰਦੇ ਹੈ ਤਾਂ ਟੋਟਲ ਕੋਸਟ ਜੀ ਕਿਉ ਤੋਂ ਵੱਧ ਕੇ ਐਚ ਆਰ ਹੋ ਜਾਂਦੀ ਹੈ, ਅਤੇ ਇਸ ਦੇ ਵਿੱਚ ਐਚ ਐਨ ਸਾਡੇ ਕੋਲ ਵੇਰੀਏਬਲ ਕੋਸਟ ਹੈ ਅਤੇ ਐਨ ਆਰ ਫਿਕਸ ਕੋਸਟ। ਜੇ ਅਸੀਂ ਐਵਰੇਜ ਫਿਕਸ ਕੋਸਟ, ਐਵਰੇਜ ਵੇਰੀਏਬਲ ਕੋਸਟ ਅਤੇ ਐਵਰੇਜ ਟੋਟਲ ਕੋਸਟ ਲੈਂਦੇ ਹਾਂ, ਤਾਂ ਐਵਰੇਜ ਫਿਕਸ ਕੋਸਟ ਲਗਾਤਾਰ ਕੀ ਹੈ ਘਟਦੀ ਜਾਂਦੀ ਹੈ। ਇਸ ਲਈ ਜਦੋਂ ਅਸੀਂ ਡਾਇਗਰਾਮ ਬਣਾਉਂਦੇ ਹਾਂ ਇਹ ਰੈਕਟੈਂਗੂਲਰ ਹਾਈਪਰਬੋਲਾ ਦੀ ਤਰ੍ਹਾਂ ਆਉਂਦੀ ਹੈ। ਅਤੇ ਐਵਰੇਜ ਵੇਰੀਏਬਲ ਕੋਸਟ ਟੋਟਲ ਵੇਰੀਏਬਲ ਕੋਸਟ ਨੂੰ ਜਦੋਂ ਅਸੀਂ ਕੁੱਲ ਉਤਪਾਦਨ ਨਾਲ ਡਿਵਾਈਡ ਕਰਦੇ ਹਾਂ ਤਾਂ ਵੇਰੀਏਬਲ ਕੋਸਟ ਅਪ ਟੂ 4th ਯੂਨਿਟ ਘਟਦੀ ਹੈ, ਅਤੇ 4th ਯੂਨਿਟ ਤੋਂ ਬਾਅਦ ਜਦੋਂ ਅਸੀਂ ਉਤਪਾਦਨ ਕਰਦੇ ਹਾਂ ਤਾਂ ਵੇਰੀਏਬਲ ਕੋਸਟ ਜਿਹੜੀ ਹੈ, ਐਵਰੇਜ ਵੇਰੀਏਬਲ ਕੋਸਟ ਕੀ ਹੈ ਵੱਧਦੀ ਹੈ। ਅਤੇ ਐਵਰੇਜ ਕੋਸਟ ਜਿਹੜੀ ਹੈ ਉਹ ਟੋਟਲ ਕੋਸਟ ਨੂੰ ਜਦੋਂ ਅਸੀਂ ਕੁੱਲ ਉਤਪਾਦਨ ਦੇ ਇਕਾਈਆਂ ਨਾਲ ਡਿਵਾਈਡ ਕਰੀਏ ਤਾਂ ਐਵਰੇਜ ਟੋਟਲ ਕੋਸਟ ਹੁੰਦੀ। ਇਹ 5 ਇਕਾਈਆਂ ਤੱਕ ਘਟਦੀ ਹੈ, ਅਤੇ 5 ਇਕਾਈਆਂ ਤੋਂ ਬਾਅਦ ਇਹ ਕੀ ਹੈ ਵੱਧਦੀ ਹੈ। ਅਤੇ ਐਵਰੇਜ ਵੇਰੀਏਬਲ ਕੋਸਟ ਅਤੇ ਐਵਰੇਜ ਕੋਸਟ, ਇਹ ਐਵਰੇਜ ਕੋਸਟ ਹੈ, ਦੋਨੋਂ ਜਿਹੜੀਆਂ ਨੇ ਇੰਗਲਿਸ਼ ਅਲਫਾਬੈਟ ਯੂ ਦੀ ਤਰ੍ਹਾਂ ਇਹਨਾਂ ਦੀ ਸ਼ੇਪ ਹੁੰਦੀ ਹੈ।
ਪਹਿਲਾਂ ਉਤਪਾਦਨ ਵਧਾਉਣ ਦੇ ਨਾਲ ਘਟਦੀ ਹੈ ਅਤੇ ਇੱਕ ਸਟੇਜ ਤੋਂ ਬਾਅਦ ਇਹ ਕੀ ਹੈ, ਵੱਧਦੀ ਹੈ। ਅਤੇ ਐਵਰੇਜ ਕੋਸਟ ਜਿਹੜੀ ਹੈ, ਐਵਰੇਜ ਫਿਕਸ ਕੋਸਟ ਅਤੇ ਐਵਰੇਜ ਵੇਲ ਕੋਸਟ ਦਾ ਵੀ ਟੋਟਲ ਬਣ ਜਾਂਦੀ ਹੈ। ਇਹ ਇਹਨਾਂ ਦਾ ਰਿਲੇਸ਼ਨਸ਼ਿਪ ਹੈ। ਅਸੀਂ ਦੱਸਿਆ ਸੀਗਾ ਕਿ ਵੇਰੀਏਬਲ ਕੋਸਟ ਅਤੇ ਐਵਰੇਜ ਟੋਟਲ ਕੋਸਟ ਵਿੱਚ ਸ਼ੁਰੂ ਵਿੱਚ ਅੰਤਰ ਜ਼ਿਆਦਾ ਹੈ, ਬਾਅਦ ਦੇ ਵਿੱਚ ਹੌਲੀ ਹੌਲੀ ਅੰਤਰ ਕੀ ਘਟਦਾ ਜਾਂਦਾ ਹੈ, ਪਰੰਤੂ ਕਦੀ ਵੀ ਇਹ ਜ਼ੀਰੋ ਨਹੀਂ ਹੁੰਦਾ। ਅਤੇ ਮਾਰਜਨਲ ਕੋਸਟ, ਵੇਰੀਏਬਲ ਕੋਸਟ ਅਤੇ ਟੋਟਲ ਕੋਸਟ ਦੋਨਾਂ ਨੂੰ ਨਿਊਨਤਮ ਬਿੰਦੂ ਤੋਂ ਕਰਵ ਕਰਦੀ ਹੈ। ਇਹ ਟੇਬਲ ਜਿਹੜਾ ਹੈ ਮਾਰਜਨਲ ਕੋਸਟ ਨੂੰ ਸ਼ੋ ਕਰਦਾ, ਜਿਹਨੂੰ ਅਸੀਂ ਇੰਕਰੀਮੈਂਟਲ ਕੋਸਟ ਵੀ ਕਹਿ ਸਕਦੇ ਹਾਂ। ਇਹ ਡਿਫਰੈਂਸ ਇਨ ਦਾ ਵੇਰੀਏਬਲ ਕੋਸਟ, ਡਿਫਰੈਂਸ ਇਨ ਦਾ ਟੋਟਲ ਵੇਰੀਏਬਲ ਕੋਸਟ ਜਾਂ ਟੋਟਲ ਕੋਸਟ ਦੇ ਵਿੱਚ ਸ਼ੋ ਕਰਦਾ। ਮਤਲਬ ਉਤਪਾਦਨ ਦੀ ਇੱਕ ਇਕਾਈ ਵਿੱਚ ਵਾਧਾ ਕਰਨ ਨਾਲ ਕੁੱਲ ਲਾਗਤ ਵਿੱਚ ਜਿਹੜੀ ਤਬਦੀਲੀ ਹੁੰਦੀ ਹੈ ਜਾਂ ਕੁੱਲ ਪਰਿਵਰਤਨਸ਼ੀਲ ਲਾਗਤ ਵਿੱਚ ਜਿਹੜੀ ਤਬਦੀਲੀ ਹੁੰਦੀ ਹੈ, ਉਸ ਨੂੰ ਅਸੀਂ ਸੀਮਾਂਤ ਲਾਗਤ ਕਹਿੰਦੇ ਹਾਂ। ਤਾਂ ਸੀਮਾਂਤ ਲਾਗਤ ਵੀ 3 ਇਕਾਈਆਂ ਤੱਕ ਘਟਦੀ ਹੈ ਅਤੇ 3 ਇਕਾਈਆਂ ਤੋਂ ਵੱਧ ਜਦੋਂ ਅਸੀਂ ਉਤਪਾਦਨ ਕਰਦੇ ਹਾਂ ਤਾਂ ਸੀਮਾਂਤ ਲਾਗਤ ਦੇ ਵਿੱਚ ਵਾਧਾ ਹੁੰਦਾ। ਤਾਂ ਆਹ ਵੀ ਇੰਗਲਿਸ਼ ਅਲਫਾਬੈਟ ਇਹਦੀ ਸ਼ੇਪ ਵੀ ਯੂ ਦੀ ਤਰ੍ਹਾਂ ਹੀ ਹੁੰਦੀ। ਅਤੇ ਜੇ ਅਸੀਂ ਇਹਨਾਂ ਦਾ ਐਵਰੇਜ ਕੋਸਟ ਅਤੇ ਮਾਰਜਨਲ ਕੋਸਟ ਦਾ ਰਿਲੇਸ਼ਨਸ਼ਿਪ ਲਈਏ ਤਾਂ ਜਦੋਂ ਐਵਰੇਜ ਕੋਸਟ ਅਤੇ ਸੀਮਾਂਤ ਲਾਗਤ ਦੋਨੋਂ ਘਟਦੇ ਹਨ ਤਾਂ ਸੀਮਾਂਤ ਲਾਗਤ ਵਿੱਚ ਘਾਟਾ ਐਵਰੇਜ ਕੋਸਟ ਨਾਲੋਂ ਜ਼ਿਆਦਾ ਹੁੰਦਾ। ਮਾਰਜਨਲ ਕੋਸਟ ਐਵਰੇਜ ਕੋਸਟ ਨੂੰ ਸਭ ਤੋਂ ਹੇਠਲੇ ਬਿੰਦੂ ਤੋਂ ਘਟਦਾ ਹੈ। ਅਤੇ ਜਦੋਂ ਕੋਸਟ ਲਾਗਤ ਵਿੱਚ ਵਾਧਾ ਹੁੰਦਾ ਹੈ ਤਾਂ ਸੀਮਾਂਤ ਲਾਗਤ ਵਿੱਚ ਵੀ ਵਾਧਾ ਹੁੰਦਾ ਹੈ, ਪਰੰਤੂ ਸੀਮਾਂਤ ਲਾਗਤ ਵਿੱਚ ਵਾਧਾ ਉਸ ਲਾਗਤ ਦੇ ਨਾਲੋਂ ਜ਼ਿਆਦਾ। ਇਹ ਇਹਨਾਂ ਦਾ ਰਿਲੇਸ਼ਨਸ਼ਿਪ। ਬਾਅਦ ਦੇ ਵਿੱਚ ਅਸੀਂ ਲੌਂਗ ਰਨ ਕੋਸਟ ਕਰਵ ਦੀ ਗੱਲ ਕੀਤੀ ਹੈ। ਤਾਂ ਲੌਂਗ ਰਨ ਕੋਸਟ ਕਰਵ ਵੀ ਇੰਗਲਿਸ਼ ਅਲਫਾਬੈਟ ਯੂ ਦੀ ਤਰ੍ਹਾਂ ਹੁੰਦਾ, ਲੇਕਿਨ ਇਹ ਕਰਵ ਥੋੜੀ ਜਿਹੀ ਸ਼ਾਰਟ ਰਨ ਐਵਰੇਜ ਕੋਸਟ ਦੇ ਨਾਲੋਂ ਜ਼ਿਆਦਾ ਫਲੈਟ ਹੁੰਦੀ ਹੈ, ਜ਼ਿਆਦਾ ਛਾਪੀ ਹੁੰਦੀ ਹੈ। ਅਤੇ ਲੌਂਗ ਰਨ ਦੇ ਵਿੱਚ ਐਵਰੇਜ ਕੋਸਟ ਕਰਵ ਸ਼ਾਰਟ ਰਨ ਐਵਰੇਜ ਕੋਸਟ ਕਰਵ ਦੇ ਨਾਲੋਂ ਹਮੇਸ਼ਾ ਹੀ ਘੱਟ ਹੋਏਗੀ। ਕਿਉਂ ਘੱਟ ਹੋਏਗੀ? ਕਿਉਂਕਿ ਜ਼ਰੂਰਤ ਦੇ ਅਨੁਸਾਰ ਜਿਹੜੀ ਫਰਮ ਹੈ ਉਹ ਆਪਣੇ ਪਲਾਂਟ ਦੇ ਸਾਈਜ਼ ਦੇ ਵਿੱਚ ਜਾਂ ਇਨਪੁਟ ਦੇ ਵਿੱਚ ਚੇਂਜਸ ਜਿਸ ਤਰ੍ਹਾਂ ਕਰੇਗੀ ਕਿ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਹੈ ਉਹ ਵਰਤਮਾਨ ਹਾਲਤ ਦੇ ਵਿੱਚ ਉਹ ਮਿਨੀਮਮ ਹੋ ਜਾਵੇ। ਜੇ ਲਾਗਤ ਦੇ ਵਿੱਚ ਵਾਧਾ ਹੋ ਰਿਹਾ ਹੋਵੇ ਤਾਂ ਉਹ ਆਪਣੇ ਪਲਾਂਟ ਦੇ ਵਿੱਚ ਚੇਂਜ ਕਰ ਲਏਗੀ, ਪਲਾਂਟ ਦੇ ਸਾਈਜ਼ ਵਿੱਚ ਚੇਂਜ ਕਰ ਲਏਗੀ, ਜਾਂ ਪਲਾਂਟ ਨਵਾਂ ਲਗਾ ਲਏਗੀ, ਜਾਂ ਪਲਾਂਟ ਦੇ ਸਾਈਜ਼ ਵਿੱਚ ਚੇਂਜ ਕਰ ਲਏਗੀ, ਜਾਂ ਇਨਪੁਟ ਦੇ ਵਿੱਚ ਕੋਈ ਤਬਦੀਲੀ ਕਰ ਲਏਗੀ। ਪਰੰਤੂ ਲੌਂਗ ਰਨ ਦੇ ਵਿੱਚ ਕੋਈ ਵੀ ਫਰਮ ਵੱਧਦੀ ਹੋਈ ਲਾਗਤ ਤੇ ਉਤਪਾਦਨ ਕਰਨਾ ਪਸੰਦ ਨਹੀਂ ਕਰੇਗੀ। ਤਾਂ ਇਸ ਦੇ ਵਿੱਚ ਅਸੀਂ ਦੇਖਦੇ ਹਾਂ A, B, C 3 ਪਲਾਂਟਸ ਨੇ ਜਿਨ੍ਹਾਂ ਦੀ ਸ਼ਾਰਟ ਰਨ ਐਵਰੇਜ ਕੋਸਟ ਕਰਵਸ ਹੈ ਅਤੇ ਲੌਂਗ ਰਨ ਦੇ ਵਿੱਚ ਇਹਨਾਂ ਕਰਵਸ ਦੇ ਨਾਲੋਂ ਐਵਰੇਜ ਕੋਸਟ ਕਰਵ ਜਿਹੜੀ ਆ ਉਹ ਘੱਟ ਹੈ। ਇਹ ਵੀ ਲੌਂਗ ਰਨ ਦੀ ਇਕਨੋਮਿਕ ਐਫੀਸ਼ੀਐਂਸੀ ਨੂੰ ਸ਼ੋ ਕਰਦੀ ਹੈ ਕਰਵ। ਅਤੇ ਇਹ ਰਿਲੇਸ਼ਨਸ਼ਿਪ ਹੈ ਲੌਂਗ ਰਨ ਐਵਰੇਜ ਕੋਸਟ ਕਰਵ ਅਤੇ ਲੌਂਗ ਰਨ ਮਾਰਜਨਲ ਕੋਸਟ ਵਿੱਚ। ਅਤੇ ਇਹ ਰਿਲੇਸ਼ਨਸ਼ਿਪ ਜਿਹੜਾ ਹੈ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਸ਼ਾਰਟ ਰਨ ਐਵਰੇਜ ਕੋਸਟ ਕਰਵ ਅਤੇ ਸ਼ਾਰਟ ਰਨ ਮਾਰਜਨਲ ਕੋਸਟ ਕਰਵ ਦਾ ਰਿਲੇਸ਼ਨਸ਼ਿਪ ਹੈ। ਲੌਂਗ ਰਨ ਦੇ ਵਿੱਚ ਵੀ ਮਾਰਜਨਲ ਕੋਸਟ ਐਵਰੇਜ ਕੋਸਟ ਦੇ ਨਾਲੋਂ ਘੱਟ ਹੁੰਦੀ ਹੈ ਜਦੋਂ ਦੋਨੋਂ ਘੱਟ ਨਹੀਂ ਹੁੰਦੇ। ਮਾਰਜਨਲ ਕੋਸਟ ਜਿਹੜੀ ਹੈ ਐਵਰੇਜ ਕੋਸਟ ਨੂੰ ਹੇਠਲੇ ਪੁਆਇੰਟ ਤੋਂ ਘੱਟਦੀ ਹੈ ਅਤੇ ਜਦੋਂ ਲਾਗਤ ਵੱਧਦੀ ਹੈ ਤਾਂ ਮਾਰਜਨਲ ਕੋਸਟ ਐਵਰੇਜ ਕੋਸਟ ਦੇ ਨਾਲੋਂ ਜ਼ਿਆਦਾ ਵੱਧਦੀ ਹੈ। ਅਤੇ ਇਹ ਰਿਲੇਸ਼ਨਸ਼ਿਪ ਹੈ ਲੌਂਗ ਰਨ ਐਵਰੇਜ ਕੋਸਟ ਕਰਵ, ਲੌਂਗ ਰਨ ਮਾਰਜਨਲ ਕੋਸਟ ਕਰਵ ਅਤੇ ਸ਼ਾਰਟ ਰਨ ਮਾਰਜਨਲ ਕੋਸਟ ਕਰਵ। ਥੈਂਕ ਯੂ।